ਜੀਓ। ਵਾਹਿਗੁਰੂ। ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। किस पह खोलूं गंठड़ी, दुखी पर आया। दुखी पर आया, जगत सुवाया। कौन जाने विद मेरियां, आवनी जावनी खरे डरावनी। टोट ना आवे फेरियां, नाम बिहुने ऊने चूने। ना गुर शब्द सुनाया, मन परदेसी जे थीऐ, सब देस पराया। मन परदेसी जे थीऐ, सब देस पराया। साहिब श्री गुरु ग्रंथ साहिब महाराज सच्चे पातशाह जी दी पावन ते पवित्र हाजूरी दे विच जुड़ मिल बैठे गुरु प्यारिओ, आप सारे ही अति सत्कारयोग धनता दे योग हो। गुरु बख्शिश करे, कृपा करे। अमृत वेले दियां आपां हाजरियां भर रहे हाँ। गुर शब्द विचार दे नाल जुड़न दा यतन करिए। ताही साडा मनुखा जीवन सफल हो सकता है। गुरबाणी विचार शुरू करन तो पहला आपस विच गुरफतेह दी सांझ पाइए। सब ने बोलना जी आखियो वाहिगुरू जी का खालसा वाहिगुरू जी की फतेह। सतगुरु गुरु नानक साहब पातशाह जी दी सूही राग दे विचों अष्टपदियां दे रूप विच उचारण कीती हुई पावन बाणी दा सरलेख एक शब्द दी विचार आपां पिछले कई दिनां तो करदे आ रहे हां। थोड़ा जिहा उसनूं पदियां दे विच वंड के एक एक पदे दी विचार आपां करदे आ रहे हां। सो जो पदा अज सुनिया है, इस शब्द दी विचार, इस बंद दी विचार आओ आपां करन दा यतन करिए। पिछला विचार सी अंधा आगू जे थिए क्यों पादर जाने। जे साडा आगू साडा दोस्त मित्र ही अन्ना होवे तां सानू राह नहीं विखा सकदा।
ਤੇ ਅੱਜ ਦਾ ਜਿਹੜਾ ਸ਼ਬਦ ਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ, ਇਹਦੀ ਵਿਚਾਰ ਹੈ ਦੁੱਖਾਂ ਦੇ ਨਾਲ ਸੰਬੰਧਿਤ। ਅਜੋਕੇ ਵਕਤ ਵਿੱਚ ਜਦੋਂ ਆਪਾਂ ਨਿਗਾਹ ਮਾਰਦੇ ਹਾਂ ਨਾ, ਇੱਥੇ ਗਰੀਬ ਤਾਂ ਦੁਖੀ ਆ, ਅਮੀਰ ਵੀ ਦੁਖੀ ਨੇ। ਇਉਂ ਕਹਿ ਲਓ, ਜੋ ਜੀਵ ਦੋ ਡੰਗ ਦੀ ਰੋਟੀ ਨਹੀਂ ਹਾਸਲ ਕਰ ਸਕਦਾ, ਉਹ ਤਾਂ ਦੁਖੀ ਆ। ਉਹਨੂੰ ਤਾਂ ਫਿਕਰ ਆ ਮੇਰੇ ਬੱਚਿਆਂ ਦਾ, ਮੇਰੇ ਪਰਿਵਾਰ ਦਾ, ਮੇਰਾ ਕੀ ਬਣੂਗਾ। ਪਰ ਜਿਹੜਾ ਇੱਥੇ ਧਨਾੜ ਅਮੀਰ ਸ਼ਾਹੂਕਾਰਾਂ ਦੀ ਲਿਸਟ 'ਚ ਆ, ਉਹ ਵੀ ਬਹੁਤ ਦੁਖੀ ਆ। ਇਹਦਾ ਕਾਰਨ ਕੀ ਆ? ਫਿਰ ਇਹ ਕਾਰਨ ਆਪਾਂ ਗੁਰੂ ਨੂੰ ਪੁੱਛਾਂਗੇ ਤੇ ਗੁਰੂ ਸਾਨੂੰ ਕਿਰਪਾ ਕਰੇਗਾ, ਜ਼ਰੂਰ ਦੱਸੇਗਾ ਉਹ ਦੁੱਖ ਚੁੰਬੜਨ ਦਾ, ਦੁਖੀ ਹੋਣ ਦਾ ਕਾਰਨ, ਵਜ੍ਹਾ ਕੀ ਹੈ। ਪਾਤਸ਼ਾਹ ਨੇ ਇਸ ਬੰਦ ਦੇ ਪਹਿਲੇ ਤੁਕ ਦੇ ਵਿੱਚ ਜ਼ਿਕਰ ਕੀਤਾ। ਪਾਤਸ਼ਾਹ ਜੀ ਕਹਿੰਦੇ ਨਾ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਮੇਰੇ ਖਿਆਲ ਮੁਤਾਬਕ ਗੁਰੂ ਨੇ ਉੱਤਰ ਦੇਤਾ ਵੀ ਅਮੀਰ ਤਾਂ ਦੁਖੀ, ਇੱਥੇ ਗਰੀਬ ਵੀ ਦੁਖੀ, ਗਰੀਬ ਤਾਂ ਦੁਖੀ, ਅਮੀਰ ਵੀ ਦੁਖੀ। ਗੱਲ ਦੁੱਖਾਂ ਦੀ ਹੈ। ਦੁੱਖ ਕਿਉਂ? ਗਰੀਬ ਵੀ ਦੁਖੀ, ਅਮੀਰ ਵੀ ਦੁਖੀ, ਇਹ ਦੁੱਖ ਕਿਉਂ? ਫਿਰ ਪਾਤਸ਼ਾਹ ਨੇ ਉੱਤਰ ਦੇ ਦਿੱਤਾ। ਉੱਤਰ ਕੀ ਦਿੱਤਾ? ਮਨ ਪਰਦੇਸੀ ਆ। ਓਏ ਮਨਾ ਮੇਰਿਆ, ਤੂੰ ਪਰਦੇਸੀ ਆ। ਪਰਦੇਸੀ ਤੋਂ ਭਾਵ ਆਪਣਾ ਦੇਸ਼ ਛੱਡ ਕੇ ਪਰਦੇਸ ਵਿੱਚ ਪਹੁੰਚ ਗਿਆ, ਦੂਜੇ ਦੇਸ਼ ਵਿੱਚ ਪਹੁੰਚ ਗਿਆ। ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਜਾ ਕੇ ਆਪਣੇ ਮੂਲ ਨੂੰ ਭੁੱਲ ਜਾਣਾ ਦੁੱਖਾਂ ਦੀ ਕਹਾਣੀ ਆ। ਚਲੋ ਇੱਕ ਅਲੱਗ ਵਿਸ਼ਾ ਵੀ ਬੰਦਾ ਆਪਣੇ ਘਰ ਨੂੰ ਭੁੱਲੇ ਨਾ ਭੁੱਲੇ, ਯਾਦ ਰੱਖੇ ਨਾ ਰੱਖੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਪਰ ਪਾਤਸ਼ਾਹ ਜੀ ਕਹਿੰਦੇ ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਇਹ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾਣ ਵਾਲਿਆ, ਤੈਨੂੰ ਆਪਣੇ ਦੇਸ਼ ਦਾ, ਆਪਣੇ ਪਿੰਡ ਦਾ, ਆਪਣੀ ਮੂਲ ਦਾ ਪਿਆਰ ਆ ਜਿਹੜਾ ਉਹ ਭੁੱਲ ਗਿਆ। ਉੱਥੋਂ ਆਪਣੇ ਮੂਲ ਨਾਲੋਂ ਟੁੱਟਣਾ ਹੀ ਦੁੱਖਾਂ ਦਾ ਕਾਰਨ। ਕਿਵੇਂ? ਕਿਉਂਕਿ ਜਿਹੜਾ ਸਾਡਾ ਸਰੀਰ ਹੈ, ਇਹ ਇੱਕ ਪਿੰਡ ਆ, ਜੀਓ ਪਿੰਡ ਸਾਜਿਆ। ਉਹ ਪਰਮਾਤਮਾ ਨੇ ਜੀਓ ਜਿੰਦ, ਪਿੰਡ, ਸਰੀਰ ਪਾਏ ਤਨ ਸਾਜਿਆ। ਦਿੱਤਾ ਪਹਿਨਣ ਖਾਣ। ਹੁਣ ਸਾਨੂੰ ਸਾਰੀਆਂ ਸਰੀਰ ਨੂੰ ਲੋੜੀ ਦੀਆਂ ਵਸਤੂਆਂ ਉਹ ਪਰਮਾਤਮਾ ਨੇ ਵਿਧ ਬਣਾ ਕੇ ਦੇ ਦਿੱਤੀਆਂ, ਪਹਿਨਣ ਦੇ ਲਈ ਵੀ, ਖਾਣ ਦੇ ਲਈ ਵੀ। ਜੋ ਸਰੀਰ ਨੂੰ ਜ਼ਰੂਰਤ ਸੀ, ਉਹ ਸਾਰੀਆਂ ਜ਼ਰੂਰਤਾਂ ਉਹ ਵਾਹਿਗੁਰੂ ਨੇ ਕਿਸੇ ਬਹਾਨੇ, ਕਿਸੇ ਕਾਰਨ ਪੂਰੀਆਂ ਕਰ ਦਿੱਤੀਆਂ। ਤੇ ਹੁਣ ਅਗਲੀ ਗੱਲ ਕੀ ਹੈ, ਜਿਹੜੀ ਸਾਡੇ ਦੁੱਖਾਂ ਦਾ ਕਾਰਨ ਬਣੀ ਆ, ਦੁੱਖਾਂ ਦੀ ਸ਼ੁਰੂਆਤ ਹੁੰਦੀ ਆ। ਫਿਰ ਪਾਤਸ਼ਾਹ ਜੀ ਕਹਿੰਦੇ ਤੇਰਾ ਮੇਲ ਜੋਲ ਸੁਰਤ ਦਾ, ਮਨ ਦਾ, ਤੇਰੀ ਆਤਮਾ ਦਾ ਉਹ ਪਰਮਾਤਮਾ ਨਾਲ ਸੀ, ਹੁਣ ਨਹੀਂ। ਬਿਰਲੀਆਂ ਰੂਹਾਂ ਨੇ ਜਿਨ੍ਹਾਂ ਦਾ ਹੁਣ ਵੀ ਹੈ। ਜਿਹੜਾ ਸਾਡੀ ਮਨ ਦੀ ਅਵਸਥਾ, ਮਨ ਦੇ ਖਿਆਲ ਸੀ, ਉਹ ਉਦੋਂ ਆਉਂਦੇ ਨਹੀਂ ਸੀ।
ਉਦੋਂ ਬਿਲਕੁਲ ਬੰਦਾ ਸ਼ਾਂਤ ਚਿੱਤ ਸੀ। ਹੁਣ ਦੇਖੋ, ਜਨਮ ਤੋਂ ਪਹਿਲਾਂ ਤਾਂ ਬੱਚੇ ਦੀ ਕੋਈ ਭਾਵਨਾ ਨਹੀਂ ਨਾ। ਜੇ ਆਪਾਂ ਪੁੱਛੀਏ ਜਨਮ ਤੋਂ ਪਹਿਲਾਂ ਬੱਚੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਵੀ ਤੇਰੀ ਭਾਵਨਾ ਦੱਸ ਬੇਟਾ, ਕੁਛ ਖੇਡਣ ਲਈ, ਕੁਛ ਖਾਣ ਲਈ, ਕੁਛ ਪਹਿਨਣ ਲਈ। ਹੁਣ ਬੱਚੇ ਦੀਆਂ ਇਹ ਦੋ ਤਿੰਨ ਕੀ ਲੋੜਾਂ ਨਾ, ਖਾਣਾ, ਪਹਿਨਣਾ, ਖੇਡਣਾ। ਹੁਣ ਜਦੋਂ ਬੱਚੇ ਨੂੰ ਆਪਾਂ ਪੁੱਛਾਂਗੇ ਤਾਂ ਉਹਦਾ ਜਵਾਬ ਆ ਜਿਹੜਾ ਉਹ ਨਾਂ ਦੇ ਵਿੱਚ ਆ, ਉਹ ਵੀ ਕਾਸੇ ਦੀ ਜ਼ਰੂਰਤ ਨਹੀਂ। ਜੋ ਮੈਨੂੰ ਮਿਲ ਰਿਹਾ ਉਹ ਰੱਬ ਦੀ ਰਜ਼ਾ 'ਚ ਆ, ਪਰਮਾਤਮਾ ਦੀ ਰਜ਼ਾ 'ਚ ਆ। ਬਾਕੀ ਮੈਨੂੰ ਕੁਛ ਨਹੀਂ ਚਾਹੀਦਾ ਬਸ। ਹੁਣ ਇਥੋਂ ਸਿੱਧ ਕੀ ਹੋ ਗਿਆ ਵੀ ਉਹ ਬਚਪਨ ਵਿੱਚ ਚਾਹੋ ਬੱਚਾ ਜਨਮ ਤੋਂ ਪਹਿਲਾਂ ਕੁਝ ਨਹੀਂ ਮੰਗਦਾ, ਉਹ ਆਪਣੀਆਂ ਲੋੜਾਂ ਦੇ ਚੱਕਰ 'ਚ ਨਹੀਂ ਪੈਂਦਾ। ਭਾਵ ਉਹ ਕਿਸੇ ਚੀਜ਼, ਕਿਸੇ ਵਸਤੂ ਦੇ ਪਿੱਛੇ ਨਹੀਂ ਭੱਜਦਾ। ਪਹਿਲਾਂ ਤਾਂ ਉਹਨੂੰ ਉਹਨਾਂ ਜ਼ਰੂਰਤਮੰਦ ਵਸਤੂਆਂ ਦਾ ਭੇਦ ਦਿੱਤਾ ਗਿਆ, ਦੱਸਿਆ ਗਿਆ, ਸਮਝਾਇਆ ਗਿਆ ਉਹਨਾਂ ਬਾਰੇ, ਉਹਨੂੰ ਭਾਵ ਉਹਨਾਂ ਦੇ ਵਿੱਚ ਜੋੜਿਆ ਗਿਆ। ਫਿਰ ਉਹਦੇ ਮਨ ਦੀ ਭਾਵਨਾ ਬਣੀ ਆ, ਫਿਰ ਮਨ ਦੇ ਖਿਆਲ ਨੇ ਜਿਹੜੇ ਉਹ ਸ਼ੁਰੂ ਹੋ ਗਏ। ਪਹਿਲਾਂ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਫਿਰ ਦੁੱਧ ਪੀਣ ਤੋਂ ਪਹਿਲਾਂ ਵੀ ਉਹ ਰੋਂਦਾ, ਮਾਂ ਬਾਪ ਦੀ ਸੁੱਧ ਪੈਦਾ ਹੋ ਗਈ। ਇਹ ਮੇਰੀ ਮਾਂ, ਮੇਰਾ ਬਾਪ, ਚਾਚਾ ਚਾਚੀ, ਤਾਇਆ ਤਾਈ ਸਭ ਪਤਾ ਲੱਗਣ ਲੱਗ ਗਿਆ। ਤੀਜਾ ਭਇਆ ਭਾਬੀ ਭੇਵ, ਚੌਥਾ ਪਿਆਰ ਉਪਰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ। ਇੱਦਾਂ ਪੜਾਅ ਦਰ ਪੜਾਅ ਜ਼ਿੰਦਗੀ ਬਦਲਦੀ ਗਈ। ਪਰ ਜਦੋਂ ਹੁਣ ਇਹ ਚੱਕਰ ਦੇ ਵਿੱਚ ਸਾਡੀ ਜ਼ਿੰਦਗੀ ਘੁੰਮਣ ਘੇਰੀ ਦੇ ਵਿੱਚ ਪੈ ਗਈ ਤਾਂ ਉੱਥੇ ਅਸੀਂ ਪਰਦੇਸੀ ਬਣ ਗਏ। ਜਦੋਂ ਅਸੀਂ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੇ ਸੀ ਨਾ, ਉਦੋਂ ਸਾਡਾ ਧਿਆਨ ਉਹ ਪਰਮਾਤਮਾ ਨਾਲ ਜੁੜਿਆ ਹੋਣ ਕਰਕੇ ਅਸੀਂ ਪਰਦੇਸੀ ਨਹੀਂ ਸੀ। ਪਰਦੇਸੀ ਕਦੋਂ ਹੋ ਗਏ? ਜਦੋਂ ਇੱਥੇ ਆ ਕੇ ਸਾਡਾ ਧਿਆਨ, ਸਾਡਾ ਅੰਦਰ ਦਾ ਜਿਹੜਾ ਖਿਆਲ ਹੈ ਉਹ ਕੇਵਲ ਤੇ ਕੇਵਲ ਲੋੜਾਂ ਤੇ ਜਾ ਖੜਿਆ, ਰਸਾਂ ਤੇ ਜਾ ਖੜਿਆ, ਸਵਾਦਾਂ ਤੇ, ਪਹਿਨਣ ਹੰਡਣ ਹੰਡਾਉਣ ਤੇ ਜਾ ਖੜਿਆ। ਉੱਥੇ ਜਾ ਕੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਤੂੰ ਪਰਦੇਸੀ ਕਹਾਉਣ ਲੱਗ ਗਿਆ ਭਾਈ। ਹੁਣ ਤੇਰੇ ਜੀਵਨ ਦੀ ਜਿਹੜੀ ਗਤੀ ਆ ਨਾ, ਤੇਰੇ ਜੀਵਨ ਦਾ ਜਿਹੜਾ ਵੇਸ ਆਗਾ, ਉਹ ਗੁਰੂ ਪਰਮੇਸ਼ਰ ਨੂੰ ਟੁੱਟ ਕੇ ਮਨ ਪਰਦੇਸੀ ਆ, ਮਨ ਪਰਦੇਸੀ ਬਣ ਗਿਆ। ਬਿਰਲਾਂ ਨੂੰ ਛੱਡ ਕੇ ਜਿਨ੍ਹਾਂ ਦਾ ਧਿਆਨ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਹੁੰਦਾ ਹੈ। ਤਾਈਓ ਇੱਥੇ ਪਾਤਸ਼ਾਹ ਨੇ ਕਿਹਾ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ। ਹੁਣ ਉਹ ਮਨ ਪਰਦੇਸੀ ਜਿਹੜਾ ਹੈ ਉਹਨੂੰ ਭਾਈ ਆਪਣਾ ਦੇਸ਼ ਪਰਾਇਆ ਲੱਗਣ ਲੱਗ ਗਿਆ। ਹੁਣ ਉਹਨੇ ਜਿਸ ਦੇਸ਼ ਵਿੱਚ ਜਾ ਕੇ ਪੈਰ ਪਾਇਆਗਾ ਉਹ ਦੇਸ਼ ਆਪਦਾ ਲੱਗਣ ਲੱਗ ਗਿਆ। ਸਰੀਰ ਰੂਪੀ ਦੇਸ਼ ਸੀ, ਪਿੰਡ ਸੀ, ਇਹ ਆਪਦਾ ਲੱਗਣ ਲੱਗ ਗਿਆ। ਤਨ ਵੀ ਮੇਰਾ, ਧਨ ਵੀ ਮੇਰਾ, ਜ਼ਮੀਨ ਜਾਇਦਾਦ ਵੀ ਮੇਰੀ, ਘਰ ਵੀ ਮੇਰਾ, ਬੱਚੇ ਵੀ ਮੇਰੇ, ਉਹ ਵੀ ਮੇਰਾ, ਵਾਹ ਵੀ ਮੇਰਾ। ਮੇਰੇ ਦੇ ਚੱਕਰ 'ਚ ਪੈ ਗਿਆ ਨਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਦੇ ਚੱਕਰ 'ਚ ਪੈ ਗਿਆ, ਆਪਣੇ ਮੂਲ ਨਾਲੋਂ ਟੁੱਟ ਗਿਆ ਭਾਈ। ਬਸ ਮੂਲ ਨਾਲੋਂ ਟੁੱਟਣਾ, ਪਰਮਾਤਮਾ ਨੂੰ ਭੁੱਲਣਾ ਦੁੱਖਾਂ ਦਾ ਕਾਰਨ ਹੈ। ਇਹ ਭਾਵੇਂ ਮੂਲ ਨਾਲੋਂ ਕੋਈ ਅਮੀਰ ਟੁੱਟ ਜਾਵੇ ਤੇ ਭਾਵੇਂ ਗਰੀਬ ਟੁੱਟ ਜਾਵੇ, ਇੱਥੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਆਪਣੇ ਮੂਲ ਨਾਲੋਂ ਬਿਲਕੁਲ ਨਾ ਥਿੜਕ। ਨਹੀਂ ਭਾਈ, ਤੇ ਮੂਲ ਨਾਲੋਂ ਟੁੱਟਣਾਗਾ, ਮੂਲ ਨਾਲੋਂ ਟੁੱਟਣਾ ਹੀ ਦੁੱਖਾਂ ਦਾ ਕਾਰਨ ਹੈ। ਫਿਰ ਪਾਤਸ਼ਾਹ ਜੀ ਅੱਗੇ ਜਾ ਕੇ ਇਸ ਗੱਲ ਦੀ ਸਪਸ਼ਟੀਕਰਨ ਦਿੰਦੇ ਨੇ, ਮਨ ਪਰਦੇਸੀ ਜਿਹੜਾ ਹੈ ਇਹ ਕਿਵੇਂ ਫਿਰ ਭਾਈ ਠੀਕ ਹੋ ਸਕਦਾ, ਇਹਨੂੰ ਕਿਵੇਂ ਆਪਾਂ ਮੋੜ ਕੇ ਲਿਆ ਸਕਦੇ ਹਾਂ। ਇਹਨੂੰ ਮੋੜ ਕੇ ਲਿਆਉਣ ਦੇ ਲਈ ਕੁਝ ਸਾਨੂੰ ਇਤਿਹਾਸਕ ਨੁਕਤੇ ਨੇ ਜਿਹੜੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਪਵੇਗਾ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਵਿੱਚੋਂ ਦੀ ਇਤਿਹਾਸ ਵਿੱਚ ਦੀ ਕਰਨੀ ਆ। ਤੁਸੀਂ ਸਾਰਿਆਂ ਨੇ ਸੁਣਿਆ ਛੇਵੇਂ ਪਾਤਸ਼ਾਹ ਦੇ ਘੋੜੇ ਸ਼ਾਹਜਹਾਂ ਦੀ ਫੌਜ ਖੋਹ ਕੇ ਲੈ ਗਈ ਸੀ।
ਸੰਖੇਪ ਬਿਲਕੁਲ ਸ਼ਾਰਟ। ਉਸ ਤੋਂ ਬਾਅਦ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸੰਗਤ ਰੋਈ ਕਾਬਲ ਵਾਲੀ ਵੀ ਪਾਤਸ਼ਾਹ ਸਾਡੇ ਵੱਲੋਂ ਤੁਹਾਡੀ ਮੰਗ ਤੇ ਸੋਹਣੇ ਘੋੜੇ ਲੈ ਕੇ ਆਂਦੇ ਸੀਗੇ। ਉਹਨਾਂ ਦਾ ਨਾਮ ਵੀ ਬੜਾ ਪਿਆਰਾ ਦੁਲਬਾਗ ਤੇ ਗੁਲਬਾਗ ਰੱਖਿਆ ਹੋਇਆ ਸੀ, ਪਰ ਉਹਨਾਂ ਸਾਥੋਂ ਸ਼ਾਹਜਹਾਂ ਦੀ ਫੌਜ ਆ ਜਿਹੜੀ ਖੋਹ ਕੇ ਲੈ ਗਈ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਹਾਡੇ ਕੋਲੋਂ ਖੋਹ ਕੇ ਲੈ ਗਏ ਨਾ ਤੇ ਉਹ ਸਾਡੇ ਕੋਲੇ ਆ ਜਾਣਗੇ, ਕੋਈ ਚੱਕਰ ਨਹੀਂ ਗਾ। ਤੁਹਾਡੇ ਵੱਲੋਂ ਦਿੱਤੀ ਹੋਈ ਇਹ ਭੇਟਾ ਅਮਾਨਤ ਉਹ ਸਾਡੇ ਕੋਲੇ ਪਹੁੰਚ ਗਿਆ, ਤੁਹਾਡੀ ਪ੍ਰਵਾਨ ਕਬੂਲ ਆ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਇੱਥੋਂ ਇੱਕ ਇਹ ਵੀ ਗੱਲ ਦਾ ਸ਼ੰਕਾ ਨਿਕਲਦਾ ਵੀ ਅਸੀਂ ਆਪਣੇ ਵੱਲੋਂ ਚਾਹੇ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਲਈ ਦਸਵੰਧ 500 ਚਾਹੇ 1000 ਭਾਵੇਂ ਲੱਖ ਕੱਢੀਏ, ਪਰ ਜਦੋਂ ਦਸਵੰਧ ਕੱਢ ਦਿੱਤਾ ਤੇ ਉਦੋਂ ਬਾਅਦ ਉਹਦੇ ਤੇ ਸਾਡਾ ਕੋਈ ਹੱਕ ਨਹੀਂ ਰਹਿੰਦਾ। ਉਹ ਦਸਵੰਧ ਸਾਡਾ ਗੁਰੂ ਦੇ ਨਾਂ ਤੇ ਨਿਕਲ ਗਿਆ, ਗੁਰੂ ਦੀ ਸੰਗਤ ਦੇ ਨਾਂ ਤੇ ਨਿਕਲ ਗਿਆ। ਹੁਣ ਉਹ ਘੋੜਿਆਂ ਵਾਲੀ ਗੱਲ ਤੋਂ ਸਿੱਧ ਹੁੰਦੀ ਹੈ ਵੀ ਘੋੜੇ ਰਸਤੇ 'ਚ ਖੋਹੇ ਗਏ, ਪਰ ਗੁਰੂ ਕੀ ਕਹਿੰਦਾ ਵੀ ਤੁਹਾਡੇ ਘੋੜੇ ਗੁਰੂ ਨਾਨਕ ਦੇ ਦਰ ਤੇ ਕਬੂਲ ਆ ਪਾਈ। ਚਲੋ ਜਿਹੜੀ ਗੱਲ ਆਪਾਂ ਕਹਿਣੀ ਸੀ, ਪਹਿਲਾਂ ਕਾਹੀ ਬਣ ਕੇ ਵਿਧੀ ਚੰਦ ਗਿਆ ਤੇ ਫਿਰ ਨਜ਼ੂਮੀਆਂ ਬਣ ਕੇ ਭਾਵ ਜੋਤਸੀ ਬਣ ਕੇ ਗਿਆ। ਜਿਹੜੀ ਗੱਲ ਆਪਾਂ ਵਿੱਚੋਂ ਲੈਣੀ ਆ, ਜਦੋਂ ਜੋਤਸੀ ਬਣ ਕੇ ਗਿਆ ਨਾ ਤੇ ਉਦੋਂ ਉਹਨੇ ਸਾਰੇ ਦਾ ਸਾਰਾ ਜਿਹੜਾ ਮਾਹੌਲ ਆਗਾ ਉਹ ਰਾਤ ਵਰਗਾ ਬਣਨ ਵਾਲਾ ਸੀਗਾ ਵੀ ਜੇ ਦੂਜੇ ਘੋੜੇ ਦੀ ਪੁੱਛ ਪੜਤਾਲ ਕਰਨੀ ਆ, ਸਮਝਣਾਗਾ ਕਿੱਥੇ ਆ ਕਿੱਥੇ ਨਹੀਂ ਹੈ, ਤਾਂ ਤੁਹਾਨੂੰ ਨਕਸ਼ਾ ਨਾ ਬਿਲਕੁਲ ਉਵੇਂ ਦਾ ਬਣਾਉਣਾ ਪਊ ਜਿਵੇਂ ਉਹ ਘੋੜਾ ਇੱਥੋਂ ਨਿਕਲਿਆ, ਨਿਕਲਣ ਵੇਲੇ ਟਾਈਮ ਸੀ। ਕਹਿੰਦੇ ਰਾਤ ਦਾ ਟਾਈਮ ਸੀ, ਕਹਿੰਦੇ ਰਾਤ ਦਾ ਮਾਹੌਲ ਬਣਾਓ। ਰਾਤ ਨੂੰ ਕਰਦੇ ਕੀ ਸੀ, ਕਹਿੰਦੇ ਸ਼ਰਾਬਾਂ ਕਬਾਬਾਂ, ਕਹਿੰਦੇ ਫਿਰ ਜਮਾ ਸੇਮ ਉਹੋ ਜਿਹੀ ਮਾਹੌਲ ਬਣਾ ਲਓ। ਫਿਰ ਜਦੋਂ ਬਿਲਕੁਲ ਸੇਮ ਉਹੋ ਜਿਹੀ ਮਾਹੌਲ ਬਣ ਗਿਆ ਨਾ, ਸਾਰੇ ਦਰਵਾਜ਼ੇ ਬੰਦ ਹੋ ਗਏ, ਸ਼ਰਾਬਾਂ ਦੇ ਵਿੱਚ ਟੁੰਨ ਹੋ ਗਏ, ਸਭ ਬੇਸੁੱਧ ਹੋ ਗਏ। ਜਿਤ ਪੀਤਾ ਮਤ ਦੂਰ ਹੋਏ। ਇਦਾਂ ਦੀ ਜਦੋਂ ਅਵਸਥਾ ਉਹਨਾਂ ਦੀ ਬਣ ਗਈ ਨਾ, ਉਸ ਟਾਈਮ ਤੇ ਫਿਰ ਗੁਰੂ ਦਾ ਸਿੱਖ ਸੱਚ ਬੋਲ ਪਿਆ ਸੀ ਵੀ ਤੁਹਾਡਾ ਪਹਿਲਾ ਘੋੜਾ ਕਾਹੀ ਸਿੱਖ ਬਣ ਕੇ ਮੈਂ ਲਗਿਆ ਸੀ, ਉਹ ਭਾਈ ਮਾਲਵੇ ਦੀ ਧਰਤੀ ਤੇ ਆ, ਆਪਣੇ ਇਲਾਕੇ ਦੇ ਵਿੱਚ ਦੀਨੇ ਕਾਂਗੜ ਦੇ ਏਰੀਏ ਵਿੱਚ ਗੁਰੂ ਸਾਹਿਬ ਬਰਾਜ ਰਹੇ ਸਨ। ਹੁਣ ਗੁਰਦੇਵ ਪਾਤਸ਼ਾਹ ਜੀ ਦੇ ਸਿੱਖ ਨੇ ਬਿਲਕੁਲ ਸੱਚ ਬੋਲ ਕੇ ਦੱਸ ਦਿੱਤਾ ਵੀ ਦੂਜਾ ਘੋੜਾ ਵੀ ਤੁਹਾਡਾ ਉੱਥੇ ਹੀ ਜਾ ਰਿਹਾ, ਗੁਰੂ ਦੀ ਅਮਾਨਤ ਸੀ ਤੇ ਗੁਰੂ ਕੋਲੇ ਜਾ ਰਹੀ ਆ, ਹਿੰਮਤ ਹੋਈ ਤਾਂ ਲੈ ਆਇਓ। ਪਹਿਲਾ ਚੋਰ ਵੀ ਤੁਹਾਡਾ ਮੈਂ ਆ ਤੇ ਦੂਜਾ ਘੋੜਾ ਲਿਜਾਣ ਵਾਲਾ ਵੀ ਮੈਂ ਹੀ ਹਾਂ, ਪਹਿਲਾ ਵੀ ਉਹੀ ਆ, ਦੂਜਾ ਵੀ ਉਹੀ ਆ। ਪਰ ਮਾਹੌਲ ਕੀ ਬਣਾਇਆ ਗਿਆ ਉਸ ਟਾਈਮ ਤੇ, ਰਾਤ ਵਰਗਾ। ਹੁਣ ਇੱਥੇ ਗੁਰੂ ਕਹਿੰਦਾ ਵੀ ਜੇ ਅਸੀਂ ਪਿੱਛੇ ਮੁੜ ਆਪਣੇ ਮੂਲ ਨਾਲ ਜੁੜਨਾ ਤਾਂ ਸਾਨੂੰ ਮਾਹੌਲ ਕੀ ਬਣਾਉਣਾ ਪਵੇਗਾ, ਆਪਣੇ ਘਰ ਦਾ, ਆਪਣੇ ਸਰੀਰ ਦਾ, ਆਪਣੀ ਅਵਸਥਾ ਦਾ ਮੁੜ ਮਾਹੌਲ ਉਹ ਬਣਾਉਣਾ ਪਵੇਗਾ ਜਿਹੜਾ ਮਾਹੌਲ ਬਚਪਨ ਵਿੱਚ ਸੀ। ਜਦੋਂ ਕੇਵਲ ਤੇ ਕੇਵਲ ਅਸੀਂ ਕੁਝ ਬੋਲਦੇ ਨਹੀਂ ਸੀ, ਅਸੀਂ ਸਿਰਫ ਕਲਕਾਰੀ ਮਾਰਦੇ ਸੀ ਤੇ ਮਾਂ ਸਾਡੀ ਲੋੜ ਪੂਰੀ ਕਰ ਦਿੰਦੀ ਸੀ। ਜਿਉਂ-ਜਿਉਂ ਵੱਡੇ ਹੁੰਦੇ ਗਏ ਅਸੀਂ ਮੰਗਾਂ ਵਧਾਉਂਦੇ ਗਏ ਤੇ ਮਾਂ ਹੱਥ ਘੁੱਟਦੀ ਗਈ। ਮਾਂ ਨੇ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ, ਬਾਪ ਨੇ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ। ਪਰ ਪਹਿਲਾ ਮਾਹੌਲ ਕੀ ਸੀ, ਬੋਲੇ ਕੁਛ ਨਹੀਂ, ਕੇਵਲ ਰੋਏ ਆ। ਤੇ ਜੇ ਉਦੋਂ ਪਹਿਲਾਂ ਦੀ ਅਵਸਥਾ ਦੇਖੀਏ, ਉੱਥੇ ਰੋਏ ਵੀ ਨਹੀਂ, ਨਾ ਕੁਛ ਬੋਲੇ ਆ, ਉੱਥੇ ਤਾਂ ਵੀ ਸਾਡਾ ਜੀਵਨ ਆਨੰਦਮਈ ਸੀਗਾ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਸਾਨੂੰ ਆਪਣੇ ਮਨ ਨੂੰ ਮੁੜ ਦੇਸ਼ ਦਾ ਵਾਸੀ ਬਣਾਉਣ ਦੇ ਲਈ, ਆਪਣੇ ਹੀ ਖੁਦ ਦੇਸ਼ ਦਾ ਵਾਸੀ ਬਣਾਉਣ ਦੇ ਲਈ ਪੁਰਾਣਾ ਮਾਹੌਲ ਬਣਾਉਣਾ ਪਵੇਗਾ, ਜਿਹੋ ਜਿਹਾ ਸਾਡਾ ਬਚਪਨ ਤੇ ਬਚਪਨ ਤੋਂ ਪਹਿਲਾਂ ਦਾ ਸੀ, ਜਨਮ ਤੋਂ ਪਹਿਲਾਂ ਦਾ ਮਾਹੌਲ ਸੀ, ਉਹ ਮਾਹੌਲ ਬਣਾਉਣਾ ਪਵੇਗਾ। ਉਹ ਮਾਹੌਲ ਗੁਰੂ ਦੀ ਸੰਗਤ ਵਿੱਚ ਆ ਕੇ ਬਣਦਾ, ਉਹ ਮਾਹੌਲ ਨਾ ਗੁਰੂ ਦੇ ਨੇੜੇ ਆ ਕੇ ਬਣਦਾ ਹੈਗਾ। ਫਿਰ ਉਹ ਮਾਹੌਲ ਬਣਾਉਣ ਦੇ ਲਈ ਗੁਰੂ ਦੀ ਬਖਸ਼ਿਸ਼ ਵੀ ਚਾਹੀਦੀ ਆ। ਗੁਰੂ ਦੀ ਬਖਸ਼ਿਸ਼ ਸਾਨੂੰ ਗੁਰੂ ਦੇ ਆਗਿਆਕਾਰੀ ਹੋਣਾ ਪਵੇਗਾ, ਗੁਰੂ ਤੇ ਸ਼ੰਕਾ ਨਹੀਂ ਕਰਨਾ। ਗੁਰੂ ਨਾਨਕ ਦੇ ਦਰ ਦੇ ਆਗਿਆਕਾਰੀ ਬਣਨਾ, ਸ਼ੰਕਾ ਨਹੀਂ ਕਰਨਾ। ਸ਼ੰਕਾ ਕਰਾਂਗੇ ਜੀਵਨ ਬਰਬਾਦ ਹੋ ਜਾਵੇਗਾ। ਸ਼ੰਕਾ ਰਹਿਤ ਹੋ ਕੇ ਗੁਰੂ ਕੋਲੇ ਆਵਾਂਗਾ।
फिर पातशाह ने ताईं उत्थे लिखिया, मन परदेसी जे थीए सब देश पराया, किस पह खोलूं गंठड़ी दुखी पर आया। ਜਦੋਂ मैं अपने मूल परमात्मा दे देश विचों निकल के ना आ शरीर प्रदेश आ संसार प्रदेश विच आया हाँ, तां उस टाइम ते ना आके की मैं देखिया जिहदे कोले भी मैं अपने दुखां दी गंठड़ी पंड खोलदा, वो उदों वड्डी पंड मेरे मूहरे रख दिंदा। मतलब जिन्हों मैं अपना एक दुख सुनाउणा ना, ते अग्गों वो बंदा मैनूं 10 दुख सुणाउंदा गा। एक सुनण दी बजाए बंदा अनेकां दुख सुणाउण लग जांदा। भाव जिहदे कोले भी मैं अपनी दुखां दी गंठड़ी खोल दांगा। मन परदेसी जे थीए। हुण जिहड़ा मन परदेसी सी, जदों यह भाई आया ते इहने आके दुख ने जिहड़े उस दुनिया विच समाज विच सुणाउणे शुरू कीते। असल दे विच इहदे दुखां नूं लैण वाला यरण वाला कोई भी नहीं मिलिया। एक गुरु आ जिहड़े साडे दुखां नूं ना खत्म करदा, खत्म करन तो भाव आप खरीद लैंदा, हो दुख लै लैंदा ते सुख दे दिंदा गा। गुरु नानक साहब जी का एक बड़ा प्यारा गुरसिख जिहदा नाम मापिया ने मन सुख रखिया। देखो ना बड़ा प्यारा, ना विच कोई कमी नहीं, मन सुख है। गुरु दा सिख है, बाद विच गुरु दा सिख बनिया। हुण एक दिन ना गुरु नानक पातशाह नूं कहंदा, पातशाह सी धनाड़ अमीर बंदा, कहंदा सच्चे पातशाह, कहंदा बस मेरा ना तुहाडे नाल संग करके चित करदा भी मैं अपना धंधा अपना कर्म छड्ड देवां ते केवल रब दी भगती विच जुड़ जावां। गुरु नानक साहब ने मन सुख दे मुखों ये गल सुनी ना, तां पातशाह जी कहंदे नहीं मन सुख, इन्हां तेरियां गल्लां तो सिद्ध हुंदा भी नौ भावें तेरा मन सुख आ, पर तैनूं मन दा सुख नहीं मिलिया जी। तन दे सुख तेरे कोले हैगे नेगे, तन दे सुख तां सारे है ना। ते अपनी गल की सी भी जिहदे कोले मैं दुखां दी गंढ खोली ना, ते उहने अगों होर डबल मैनूं दुख सुणाउणे शुरू करते। वो कहंदा तूं आपदे दुख ना सुणा, पहलां मेरे सुण, मैं बड़ा दुखी हाँ। ये तजर्बा आपां करके वेख सकदे, दुख किहदे कोले मर्जी सुणाओ अपने, ते अगला अपने दुख सुणाउणे शुरू कर देवेगा, ना कि साडे सुनेगा। हुण गुरु नानक साहब कहंदे मन दा सुखी नहीं तू है। वो कहंदा पातशाह जिवें मर्जी समझ लो, पर मैनूं थोड़ी जी इदां दी महसूसपना हो रहा है भी मैं सब कुछ छड्ड के ना त्यागी बन के केवल वो परमात्मा नूं जपना शुरू कर दे। गुरु नानक साहब ने उत्थे वरजिया। एक प्यार वाली गल ध्यान च रखियो, गुरु नानक साहब दा एक रिकॉर्ड आ। जो आप कहते हैं भी साडे भाई जिंदगी च बेंदियां बेंदियां फलाने बंदे ने आ रिकॉर्ड कायम करते भाई, उन्हें आ रीत बदलती, रीत चलाती, इस चीज नूं कट के ना अगे दूजी शुरू कर दिती। हुण गुरु नानक साहब दा रिकॉर्ड है किस गल दा कि गुरु नानक साहब ने ना किसी दे कम नूं नफरत नहीं कीती। कोई बंदा किहो जा भी काम करदा, गुरु नानक साहब ने किसी भी बंदे दी किरत नूं नफरत नहीं कीती। थोड़ा जिहा गौर करके वेखो भी अज दा जिहड़ा गुरु नानक दा पैरोकार कहाउंदा, एक तां है एक कहाउंदा। जिहड़ा गुरु नानक साहब दा ना अज कोई वारस कहाउंदा, एक तां है एक कहाउंदा। जिहड़ा कहाउंदा केवल है नहीं, उहदे वल निगाह मार के वेखो साडे काम नूं नफरत करदा। कदे चेता गुरु नानक साहब दे इतिहास वल लेके जाओ, ते कदे अपने चित्त नूं अपने चेते नूं गुरु नानक साहब दे पैरोकारां वल लेके आयो। फर्क है ना जिहड़ा वो बहुत बड़ा नजर आऊगा, दिन ते रात दा फर्क नजर आऊगा। एक तां आपां कहने 19-20 दा फर्क ही है, चलो कोई बाला नहीं गा।
ਇੱਕ ਆਪਾਂ ਕਹਿੰਦੇ ਨਹੀਂ ਭਾਈ 1920 ਦਾ ਨਹੀਂ, ਇੱਥੇ ਤਾਂ 1931 ਦਾ, ਇੱਥੇ ਤਾਂ 1941 ਦਾ ਫਰਕ ਹੈਗਾ, ਬੜਾ ਜ਼ਿਆਦਾ ਫਰਕ ਹੈਗਾ। ਹੁਣ ਫਰਕ ਆ ਜਿਹੜਾ ਉਹ ਬਹੁਤ ਵੱਡਾ ਫਰਕ ਹੈਗਾ। ਫਰਕ ਕਿਸ ਗੱਲ 'ਚ ਆ ਵੀ ਅੱਜ ਦਾ ਜਿਹੜਾ ਭਾਵ ਗੁਰੂ ਨਾਨਕ ਪਾਤਸ਼ਾਹ ਦਾ ਸੇਵਾਦਾਰ ਪੈਰੋਕਾਰ ਕਹਾਉਂਦਾ ਨਾ, ਉਹ ਗੁਰੂ ਨਾਨਕ ਦੇ ਸਿੱਖਾਂ ਨੂੰ ਤੇ ਗੁਰੂ ਨਾਨਕ ਦੇ ਸਿੱਖਾਂ ਦੇ ਕੰਮ ਨੂੰ ਨਫ਼ਰਤ ਕਰਦਾ। ਇਹ ਗੱਲ ਧਿਆਨ 'ਚ ਰੱਖਿਓ। ਜੇ ਕੋਈ ਦਿਹਾੜੀ ਕਰਦਾ ਨਾ, ਉਹ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ। ਜੇ ਕੋਈ ਜਮਾਦਾਰ ਆ ਨਾ ਵਿਚਾਰਾ, ਚਲੋ ਉਹਦਾ ਕਿੱਤਾ ਉਹਦਾ ਕਰਮ ਆ, ਉਹਨੂੰ ਰੋਟੀ ਉਸੇ ਚੀਜ਼ ਚੋਂ ਨਸੀਬ ਹੁੰਦੀ ਆ। ਭਾਵ ਕਿਸ ਚੀਜ਼ ਚੋਂ? ਉਹਨੂੰ ਲੋਕਾਂ ਦਾ ਘਰ ਸਾਫ਼ ਕਰਨਾ ਪਵੇਗਾ, ਸਾਡੇ ਸਾਰੇ ਘਰ ਦੇ ਵਿੱਚ ਸਫਾਈ ਦਾ ਧਿਆਨ ਰੱਖਣਾ ਪਵੇਗਾ, ਉਹਨੂੰ ਗੋਹਾ ਕੂੜਾ ਚੱਕਣਾ ਪਵੇਗਾ। ਮੰਨ ਲਓ ਜੇ ਸਾਰੀ ਅਫਸਰ ਬਣ ਜਾਣ, ਫਿਰ ਗੋਹਾ ਕੂੜਾ ਕੌਣ ਚੱਕੂਗਾ? ਜੇ ਸਾਰੀ ਵੱਡੇ ਵੱਡੇ ਮੁਲਾਜ਼ਮ ਬਣ ਜਾਣ, ਖੇਤੀ ਕੌਣ ਕਰੂਗਾ? ਫਿਰ ਜੇ ਸਾਰੇ ਰੋਟੀਆਂ ਖਾਣ ਵਾਲੇ ਹੋਣ ਤੇ ਖਵਾਉਣ ਵਾਲਾ ਕੌਣ ਬਣੂਗਾ? ਇਹ ਤਾਂ ਵਾਹਿਗੁਰੂ ਪਰਮਾਤਮਾ ਨੇ ਕਿੱਤਾ ਦਿੱਤਾ ਨਾ, ਕਿਸੇ ਨੂੰ ਕੋਈ ਕਿੱਤਾ, ਕਿਸੇ ਨੂੰ ਕੋਈ ਕਿੱਤਾ। ਕਿਸੇ ਨੂੰ ਝਾੜੂ ਮਾਰਨ ਦਾ ਕਿੱਤਾ ਦੇ ਦਿੱਤਾ, ਕਿਸੇ ਨੂੰ ਝਾੜੂ ਮਰਵਾਉਣ ਦਾ ਕਿੱਤਾ ਦੇ ਦਿੱਤਾ। ਪਰ ਵਾਹਿਗੁਰੂ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਨੇ ਕਿਸੇ ਦੇ ਕੰਮ ਨੂੰ ਨਫ਼ਰਤ ਨਹੀਂ ਕੀਤੀ। ਪਰ ਅੱਜ ਦਾ ਬਾਬੇ ਨਾਨਕ ਦਾ ਜਿਹੜਾ ਕਹਾਉਣ ਵਾਲਾ ਪੈਰੋਕਾਰ ਹੈ ਨਾ, ਉਹ ਭਾਈ ਕਿਰਤ ਨੂੰ ਨਫ਼ਰਤ ਕਰਦਾ ਗਾ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਖੁਦ ਕਿਰਤ ਕੀਤੀ ਆ, ਦੁਕਾਨਦਾਰੀ ਵੀ ਕੀਤੀ ਆ, ਸੱਚ ਦਾ ਪ੍ਰਚਾਰ ਵੀ ਬਹੁਤ ਵੱਡੀ ਕਿਰਤ ਆ, ਖੇਤੀ ਵੀ ਕੀਤੀ ਆ। ਗੁਰੂ ਨਾਨਕ ਸਾਹਿਬ ਨੇ ਖੇਤੀ ਕਰਦਿਆਂ ਕਰਦਿਆਂ ਵੀ ਆਪਾਂ ਨੂੰ ਪਤਾ ਸਾਨੂੰ ਕਿਰਤ ਨਾਲ ਜੋੜਿਆ। ਤੇ ਖੇਤੀ ਵਿੱਚੋਂ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ। ਦਿਹਾੜੀ ਕਰਨ ਵਾਲਾ ਵੀਰ ਹੈ ਨਾ, ਮਿਹਨਤ ਮਜ਼ਦੂਰੀ ਵਿੱਚੋਂ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ। ਕਿਹੋ ਜਿਹਾ ਵੀ ਕੰਮ ਕਰਨ ਵਾਲਾ ਵਿਅਕਤੀ ਹੈ, ਉਹਦੇ ਕੰਮ ਦੇ ਵਿੱਚੋਂ ਹੀ ਗੁਰੂ ਨਾਨਕ ਨੇ ਉਦਾਹਰਨਾਂ ਐਗਜ਼ਾਮਪਲ ਦੇ ਕੇ ਸਾਨੂੰ ਸਮਝਾ ਦਿੱਤਾ ਵੀ ਨਹੀਂ ਬੇਟਾ ਜੀ, ਏਦਾਂ ਨਹੀਂ, ਇਉਂ ਕਰਨਾ ਤੈਂ। ਨਫ਼ਰਤ ਨਹੀਂ ਕੀਤੀ। ਹੁਣ ਗੱਲ ਕਿੱਥੇ ਆ? ਮਨਸੁਖ ਕਹਿੰਦਾ ਪਾਤਸ਼ਾਹ ਮੈਂ ਕੰਮ ਛੱਡਿਆ ਆਪਣਾ, ਮੈਂ ਨਹੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ, ਮੈਂ ਤਿਆਗੀ ਬਣ ਕੇ ਨਾ ਤੇਰੇ ਦਰ ਦੀ ਸੇਵਾ ਕਰਨੀ ਹੈ, ਮੈਂ ਪਰਮਾਤਮਾ ਦਾ ਨਾਮ ਜਪਣਾ। ਤੇ ਚੇਤਾ ਰੱਖਿਓ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਨੇ ਜਿਹੜਾ ਜਵਾਬ ਆ ਨਾ, ਉਹ ਬੜਾ ਪਿਆਰਾ ਜਵਾਬ ਦਿੱਤਾ। ਉਹ ਕਹਿੰਦਾ ਬੇਟਾ ਦੇਖ, ਮੈਂ ਖੁਦ ਕਿੱਤੇ ਦੇ ਵਿੱਚ ਲੱਗਿਆ ਹੋਇਆ, ਮੈਂ ਖੁਦ ਮਜ਼ਦੂਰੀ ਕਰਦਾ, ਤੇਰੇ ਸਾਹਮਣੇ ਆ। ਜੇ ਤਾਂ ਮੈਂ ਨਾ ਮਜ਼ਦੂਰੀ ਕਰਦਾ ਹੋਵਾਂ ਨਾ, ਫਿਰ ਤਾਂ ਤੂੰ ਕਹੇਂ, ਪਰ ਤੈਨੂੰ ਇਹ ਗੱਲ ਕਹਿਣੀ ਫੱਬਦੀ ਨਹੀਂ ਹੈ ਵੀ ਮੈਂ ਆਪਣਾ ਕੰਮ ਛੱਡਿਆ, ਆਪਣੀ ਮਿਹਨਤ ਛੱਡੀ। ਨਹੀਂ, ਜਿਹੜਾ ਵੀ ਤੇਰਾ ਕਿੱਤਾ, ਤੂੰ ਆਪਣੇ ਕਿੱਤੇ ਦੇ ਵਿੱਚ ਰਹਿ। ਕਿੱਤਾ ਕਰਦਿਆਂ ਕਰਦਿਆਂ, ਕਿਰਤ ਕਰਦਿਆਂ ਕਰਦਿਆਂ ਪਰਮਾਤਮਾ ਨੂੰ ਪਾਈਦਾ, ਨਾ ਕਿ ਤਿਆਗ ਕੇ। ਗੁਰੂ ਨਾਨਕ ਨੇ ਆਪਣੇ ਵੱਲ ਹੱਥ ਕੀਤਾ। ਦੇਖ, ਮੈਂ ਵੀ ਯਾਰ ਨਵਾਬ ਦੀ ਨੌਕਰੀ ਕਰਦਾ ਨਾ ਸੁਲਤਾਨਪੁਰ ਦੇ ਵਿੱਚ, ਦੌਲਤ ਖਾਨ ਦੀ ਮੈਂ ਵੀ ਨੌਕਰੀ ਕਰਦਾ ਨਾ, ਗੌਰ ਕਰਕੇ ਵੇਖ। ਜਦੋਂ ਇਦਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਕਿਰਤ ਵੱਲ ਨਿਗਾਹ ਮਰਵਾਈ ਨਾ, ਤੇ ਉਹਨੂੰ ਉਹਦੀ ਕਿਰਤ ਵੱਲ ਧਿਆਨ ਦਿਵਾਇਆ। ਤੂੰ ਆਪਣੀ ਕਿਰਤ ਵੱਲ ਧਿਆਨ ਦੇ, ਕਿਰਤ ਛੱਡਣੀ ਨਹੀਂ, ਤਿਆਗਣੀ ਨਹੀਂ। ਕਿਰਤ ਕਰਦਿਆਂ ਕਰਦਿਆਂ ਆਪਣੇ ਪਰਮਾਤਮਾ ਦਾ ਨਾਮ ਜਪਣਾਗਾ, ਧਰਮੀ ਬਣਨਾ, ਕਿਰਤ ਕਰਦਿਆਂ ਕਰਦਿਆਂ। ਹੁਣ ਗੁਰੂ ਨਾਨਕ ਸਾਹਿਬ ਨੇ ਮਨ ਸੁਖ ਦੀ ਤਸੱਲੀ ਕਰਵਾਉਣ ਦੇ ਲਈ ਨਾ ਇੱਕ ਇਸ਼ਾਰਾ ਕਰ ਦਿੱਤਾ। ਕਹਿੰਦਾ ਇਉਂ ਕਰ, ਇਸੇ ਹੀ ਸ਼ਹਿਰ ਦੇ ਵਿੱਚ ਨਾ ਉਹ ਫਲਾਨਾ ਦੁਕਾਨਦਾਰ ਆ, ਛੋਟਾ ਜਿਹਾ, ਤੇ ਉਹਦੇ ਕੋਲੇ ਚਲਾ ਜਾ, ਸ਼ਾਇਦ ਮੈਨੂੰ ਬੋਲਣ ਦੀ ਲੋੜ ਨਾ ਪਵੇ, ਤੇ ਤੂੰ ਦੇਖ ਕੇ ਬਹੁਤ ਕੁਝ ਸਿੱਖ ਜਾਏਗਾ। ਜਿਹੜੀ ਗੱਲ ਆ ਗੁਰੂ ਸਾਹਿਬ ਨੇ ਕਹੀ ਆ ਨਾ ਹੁਣ, ਤੇ ਇਹ ਕਿੱਥੇ ਢੁਕਦੀ ਹੈ? ਸਾਡੇ ਤੇ ਢੁਕਦੀ ਹੈ ਵੀ ਗੁਰੂ ਦੇ ਸਿੱਖ ਦਾ ਜੀਵਨ, ਗੁਰੂ ਦੇ ਸਿੱਖ ਦੀ ਕਿਰਤ, ਕੰਮ, ਵਿਹਾਰ, ਵਰਤਾਓ ਇੰਨਾ ਵਧੀਆ ਹੋਣਾ ਚਾਹੀਦਾ, ਖਰਾ ਹੋਣਾ ਚਾਹੀਦਾ। ਨਾ ਪੰਜੀ ਕਿਸੇ ਦੀ ਖਾਣੀ ਆ ਤੇ ਨਾ ਕਿਸੇ ਨੂੰ ਖਵਾਉਣੀ ਆ, ਦੋਨੇ ਪੱਖ ਰੱਖਣੇ ਆ। ਜੇ ਆਪਾਂ ਕਿਸੇ ਨੂੰ ਖਵਾਉਣ ਵੀ ਲੱਗੇ ਨਾ ਫਰੀ ਦਾ, ਤੇ ਉਹ ਵੀ ਗਲਤ ਆ, ਤੇ ਜੇ ਕਿਸੇ ਦਾ ਖਾਣ ਲੱਗੇ ਉਹ ਵੀ ਗਲਤ ਆ। ਦੋਨੇ ਗੱਲਾਂ ਗਲਤ ਨੇ। ਉਸਤਤ ਨਿੰਦਾ ਦੋ ਤਿਆਗ ਹੈ, ਉਸਤਤ ਵੀ ਗਲਤ ਆ ਤੇ ਕਿਸੇ ਦੀ ਨਿੰਦਾ ਵੀ ਗਲਤ ਆ। ਗੁਰੂ ਨਾਨਕ ਨੇ ਇੱਕ ਇੱਕ ਫੈਸਲਾ ਇੱਕ ਇੱਕ ਪੱਖੀ ਨਹੀਂ ਲੈਤਾਗਾ, ਜਿੰਨੇ ਫੈਸਲੇ ਲੈਤੇ ਨੇ ਸਭ ਦੇਖ ਕੇ ਫੈਸਲੇ ਲੈਤੇ ਨੇਗੇ। ਗੁਰੂ ਨਾਨਕ ਸਾਹਿਬ ਨੇ ਮਨ ਸੁਖ ਨੂੰ ਇਸ਼ਾਰਾ ਕੀਤਾ,
ਫਲਾਣੇ ਥਾਂ ਫਲਾਣਾ ਵਿਅਕਤੀ ਆ ਤੇ ਉਹਦੇ ਕੋਲੇ ਦੁਕਾਨ ਤੇ ਚਲਾ ਜਾ। ਜਦੋਂ ਹੁਣ ਮਨਸੁਖ ਦੁਕਾਨ ਤੇ ਗਿਆ ਨਾ ਤੇ ਹੁਣ ਉੱਥੇ ਦੁਕਾਨਦਾਰ ਸੀ ਜਿਹੜਾ ਇੱਕ ਦਵਾਨੀ ਪਿੱਛੇ ਲੜ ਰਿਹਾ ਸੀ। ਕੋਈ ਮਾਤਾ ਕੋਈ ਭੈਣ ਦੁਕਾਨ ਤੇ ਸੌਦਾ ਲੈਣ ਆਈ ਆ, ਉਹ ਕਹਿੰਦੀ ਮੈਨੂੰ ਇੱਕ ਦਵਾਨੀ ਦਾ ਉਧਾਰਾ ਸੌਦਾ ਦੇ ਦੇ। ਉਹ ਕਹਿੰਦਾ ਪਹਿਲਾਂ ਵਾਲੀ ਦਵਾਨੀ ਮੋੜ, ਫਿਰ ਅਗਲੀ ਕਾਰਵਾਈ ਕਰਾਂਗੇ ਆਪਾਂ। ਇਸ ਵਿਸ਼ੇ ਤੇ ਬਹਿਸ ਹੋ ਰਹੀ ਆ ਪੂਰੀ। ਉਹ ਦੁਕਾਨਦਾਰ ਕਹਿੰਦਾ ਮੈਂ ਨਹੀਂ ਦਿੰਦਾਗਾ, ਪਹਿਲਾਂ ਵਾਲਾ ਉਧਾਰ ਮੋੜ ਦੇ ਤੇ ਅੱਜ ਉਧਾਰ ਮਿਲ ਜੂਗਾ। ਜੇ ਪਹਿਲਾਂ ਵਾਲਾ ਉਧਾਰ ਨਹੀਂ ਮੋੜੇਂਗੀ ਤਾਂ ਤੈਨੂੰ ਉਧਾਰ ਅੱਜ ਕੁਛ ਨਹੀਂ ਮਿਲੇਗਾ। ਮਨਸੁਖ ਹੈਰਾਨ ਕਹਿੰਦਾ ਯਾਰ ਗੁਰੂ ਨਾਨਕ ਨੇ ਮੈਨੂੰ ਇਹਦੇ ਕੋਲੇ ਭੇਜਿਆ ਹੈਗਾ ਤੇ ਲੜਾਕਾ ਬੜਾ ਹੈ। ਚਲੋ ਬਹਿਸ ਹੁੰਦਿਆਂ ਉਹ ਮਾਈ ਨੇ ਪਹਿਲਾਂ ਵਾਲੀ ਦਵਾਨੀ ਲਿਆ ਕੇ ਮੋੜੀ ਤੇ ਅੱਗੇ ਦਵਾਨੀ ਦਾ ਸੌਦਾ ਉਧਾਰ ਲੈ ਗਈ। ਹੁਣ ਇਹ ਮਨਸੁਖ ਗੁਰੂ ਨਾਨਕ ਵੱਲੋਂ ਭੇਜਿਆ ਹੋਇਆ ਦੁਕਾਨਦਾਰ ਦੇ ਕੋਲ ਚਲਾ ਗਿਆ ਤੇ ਜਾ ਕੇ ਹੱਥ ਜੋੜ ਫਤਿਹ ਬੁਲਾਈ ਤੇ ਕਹਿਣ ਲੱਗਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਦੇਖੋ ਜਦੋਂ ਜਾ ਕੇ ਕਹਿਣਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਉਹ ਦੁਕਾਨਦਾਰ ਨੇ ਹੱਥਾਂ ਤੇ ਚੱਕ ਲਿਆ। ਤੇ ਪਿਆਰ ਵਾਲਿਓ ਗੱਲ ਜ਼ਰੂਰ ਧਿਆਨ 'ਚ ਰੱਖਿਓ, ਅੱਜ ਦੇ ਵਕਤ ਵਿੱਚ ਗੁਰੂ ਨਾਨਕ ਦੇ ਸਿੱਖ ਬਹੁਤ ਨੇ, ਪਰ ਉਹਨਾਂ ਸਿੱਖਾਂ ਨੇ ਆਪਣੀ ਕਦਰ ਵੀ ਘਟਵਾ ਲਈ ਤੇ ਆਪਣੇ ਪੂਰੇ ਦੇ ਪੂਰੇ ਕੋੜਵੇਂ ਦੀ ਕਦਰ ਵੀ ਘਟਵਾਤੀ। ਗਲਤ ਕੰਮ ਕਰਕੇ ਤੇ ਗਲਤ ਕੰਮ ਕਰਵਾ ਕੇ ਸ਼ਰਧਾ ਵਧਾਉਣ ਦੀ ਬਜਾਏ ਸਾਡੀ ਸ਼ਰਧਾ ਨੂੰ ਤੋੜ ਦਿੱਤਾ, ਚਕਨਾਚੂਰ ਕਰ ਦਿੱਤਾ। ਤੇ ਗੁਰੂ ਨਾਨਕ ਚੌਥੇ ਪਾਤਸ਼ਾਹ ਦਾ ਉਪਦੇਸ਼ ਕੀ ਆ? ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਕਿੱਡੀ ਵੱਡੀ ਬਖਸ਼ਿਸ਼ ਕੀਤੀ ਆ। ਜਿਹੜਾ ਗੁਰੂ ਦਾ ਸਿੱਖ ਆ ਨਾ ਤੇ ਹੋਵੇ ਮਨਸੁਖ ਵਰਗਾ, ਹੋਵੇ ਭਾਈ ਸਿੰਘੇ ਉੱਪਲ ਵਰਗਾ, ਹੋਵੇ ਭਾਈ ਭਗੀਰਥ ਵਰਖਾ, ਹੋਵੇ ਭਾਈ ਕੇਹੋ ਨੇਹੋ ਵਰਗਾ। ਭਾਵ ਜਿਹੜਾ ਗੁਰੂ ਦਾ ਸਿੱਖ ਆ ਨਾ, ਕਹਿੰਦੇ ਉਹਦੇ ਅੰਦਰ ਤਾਂ ਭਾਈ ਗੁਰੂ ਖੁਦ ਬੋਲਦਾ ਹੁੰਦਾ। ਹਾਂ, ਹੋਵੇ ਗੁਰੂ ਦਾ ਸਿੱਖ, ਗੁਰੂ ਦੀ ਮੱਤ ਮੁਤਾਬਕ ਤੁਰਨ ਵਾਲਾ। ਜਦੋਂ ਜ਼ਿਕਰ ਕੀਤਾ ਮਨਸੁਖ ਨੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਹੱਥਾਂ ਤੇ ਚੁੱਕ ਲਿਆ, ਕਹਿੰਦਾ ਆਓ ਮੇਰੇ ਲਾਇਕ ਸੇਵਾ ਦੱਸੋ। ਹੁਣ ਇਹ ਦੁਕਾਨਦਾਰ ਬਿਲਕੁਲ ਛੋਟੀ ਜੀ ਦੁਕਾਨ ਵਾਲਾ, ਇੱਕ ਗਰੀਬੜਾ ਜਾ ਪਰਿਵਾਰ ਹੈਗਾ। ਮਨਸੁਖ ਕਹਿੰਦਾ ਤੁਸੀਂ ਮੇਰੀ ਸੇਵਾ ਨਹੀਂ ਕਰ ਸਕੋਗੇ। ਦੁਕਾਨਦਾਰ ਕਹਿੰਦਾ ਵੀ ਕੀ ਗੱਲ ਆ? ਦੇਖੋ ਜਿੰਨੇ ਜੋਗਾ ਮੈਂ ਹਾਂ ਨਾ, ਮੈਂ ਤੇਰੀ ਸੇਵਾ ਜ਼ਰੂਰ ਕਰਾਂਗਾ। ਮਨਸੁਖ ਕਹਿੰਦਾ ਨਹੀਂ ਭਾਈ ਤੁਸੀਂ ਮੇਰੀ ਸੇਵਾ ਨਹੀਂ ਕਰ ਸਕੋਗੇ, ਮੈਂ ਬਹੁਤ ਵੱਡੇ ਸ਼ਾਹੂਕਾਰ ਪਰਿਵਾਰ ਨਾਲ ਸੰਬੰਧਿਤ ਹਾਂ, ਮੈਂ ਆਮ ਵਿਅਕਤੀ ਨਹੀਂ, ਮੈਂ ਹਾਂ ਅਮੀਰ, ਪਰ ਵਾਹਿਗੁਰੂ ਦੀ ਕਿਰਪਾ ਕਰਕੇ ਹਾਂ ਨਾਨਕ ਦਾ ਸਿੱਖ, ਅਮੀਰ ਬਹੁਤ ਆ। ਇਹ ਗੱਲ ਜ਼ਰੂਰ ਧਿਆਨ 'ਚ ਰੱਖੋ, ਬਾਬੇ ਨਾਨਕ ਦੇ ਸਿੱਖ ਨਾ ਅਮੀਰ ਬਹੁਤ ਸੀ, ਕੋਈ ਸਰੀਰ ਕਰਕੇ ਤੇ ਕੋਈ ਦਿਲ ਕਰਕੇ। ਹੁਣ ਮਰਦਾਨਾ ਭਾਵੇਂ ਘਰ ਕਰਕੇ ਗਰੀਬ ਆ ਤੇ ਪਰ ਦਿਲ ਕਰਕੇ ਬੜਾ ਅਮੀਰ ਆ। ਤੇ ਬਹੁਤੇ ਉਹ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਜਾਂ ਅੱਜ ਤੱਕ ਗੁਰੂ ਦੇ ਸਿੱਖ ਨੇ, ਜਿਨ੍ਹਾਂ ਦੇ ਘਰ ਵਿੱਚ ਇਉਂ ਨਹੀਂ ਪਤਾ ਵੀ ਕਿੰਨਾ ਕੁ ਕੁਛ ਵਾਹਿਗੁਰੂ ਨੇ ਦਿੱਤਾਗਾ, ਤੇ ਉਹ ਕਦੇ ਪਰਵਾਹ ਨਹੀਂ ਮੰਨਦੇ ਕਿ ਨਾਨਕ ਦੀ ਸੇਵਾ ਕਰਨ ਲੱਗਿਆ। ਹੁਣ ਧਿਆਨ ਦਿਓ ਵੀ ਜਦੋਂ ਇਹ ਗੱਲ ਕਹੀ ਨਾ ਵੀ ਮੇਰੀ ਸੇਵਾ ਤੁਸੀਂ ਨਹੀਂ ਕਰ ਸਕੋਗੇ, ਉਹ ਕਹਿੰਦਾ ਮੈਂ ਜ਼ਰੂਰ ਕਰਾਂਗਾ। ਤੁਸੀਂ ਮੁੱਖੋਂ ਬੋਲੋ ਤਾਂ ਸਹੀ ਨਾ ਵੀ ਕੀ ਸੇਵਾ ਚਾਹੁੰਦੇ ਹੋ। ਕਹਿੰਦਾ ਮੈਂ ਤਾਂ ਫਿਰ ਰੋਜ਼ਾਨਾ ਨਾ ਘਿਓ ਦੇ ਘੜੇ ਨਾਲ ਨਹਾਉਣਾਗਾ, ਦੇਸੀ ਘਿਓ ਦੇ ਘੜੇ ਨਾਲ ਨਾ ਰੋਜ਼ ਨਹਾਉਣਾਗਾ। ਮੈਂ ਪਾਣੀ ਨਾਲ ਨਹੀਂ ਇਸ਼ਨਾਨ ਕਰਦਾ, ਮੈਂ ਘਿਓ ਨਾਲ ਇਸ਼ਨਾਨ ਕਰਦਾ। ਦੇਖੋ ਪਿਆਰ ਵਾਲਿਓ, ਗੁਰੂ ਦੇ ਸਿੱਖ ਨੇ ਨਾ ਉਹਦੇ ਸਨਮੁਖ 2 ਘੜੇ ਘਿਓ ਦੇ ਰੱਖ ਦਿੱਤੇ ਤੇ ਕਹਿੰਦਾ ਗੁਰੂ ਦਾ ਸਿੱਖਾ, ਨਾਨਕ ਦੇ ਸਿੱਖਾ, ਮੈਂ ਤੈਨੂੰ ਪਾਣੀ ਨਾਲ ਨਹੀਂ, ਮੈਂ ਤੈਨੂੰ ਘਿਓ ਨਾਲ ਖੁਦ ਮਲ ਕੇ ਨਵਾਵਾਂਗਾ। ਆਹ ਚੱਕ ਫੜ ਘਿਓ ਦੇ ਘੜੇ ਤੇ ਇਸ਼ਨਾਨ ਕਰ ਲੈ। ਹੁਣ ਇੱਥੇ ਆਪਾਂ ਵੀ ਹੈਰਾਨ ਹੋਵਾਂਗੇ ਵੀ ਇਹ ਕੀ ਗੱਲ ਬਣੀ ਆ। ਉਹ ਤਾਂ ਇੱਕ ਪੇਪਰ ਪੈ ਗਿਆ ਨਾ ਜਾ ਕੇ। ਹੁਣ ਜਦੋਂ ਘੜੇ ਘਿਓ ਦੇ 2 ਸਨਮੁਖ ਰੱਖ ਦਿੱਤੇ ਵੀ ਇਸ਼ਨਾਨ ਕਰ ਲੈ, ਤੇ ਹੁਣ ਇੱਥੇ ਮਨਸੁਖ ਦੇ ਅੰਦਰ ਦੁਬਿਧਾ ਖੜੀ ਹੋ ਗਈ। ਉਹ ਕਹਿੰਦਾ ਮੈਂ ਨਾ ਇਸ਼ਨਾਨ ਤਾਂ ਬਾਅਦ ਚ ਕਰੂੰ, ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ। ਕੱਲ ਤਾਂ ਤੂੰ ਇੱਕ ਦਵਾਨੀ ਪਿੱਛੇ ਲੜੀ ਜਾਂਦਾ ਸੀ ਤੇ ਅੱਜ 2 ਘੜੇ ਘਿਓ ਦੇ ਮੇਰੇ ਨਹਾਉਣ ਦੇ ਲਈ ਡੋਲਣ ਨੂੰ ਤਿਆਰ ਆਂਗਾ। ਇਹ ਕੀ ਗੱਲ? ਫਿਰ ਅੱਗੇ ਕੀ ਕਿਹਾ ਨਾ, ਕਹਿੰਦਾ ਜਿਹਨੇ ਤੈਨੂੰ ਮੇਰੇ ਕੋਲੇ ਭੇਜਿਆ ਨਾ, ਉਹਨੇ ਸਿਖਾਈ ਮੈਨੂੰ ਆਗਾ ਖਰਾ ਜੀਵਨ ਬਣਾਉਣਾਗਾ, ਨਾ ਪੰਜੀ ਖਾਣੀ ਤੇ ਨਾ ਖਵਾਉਣੀ ਆ।
ना 1 रुपया ਵੱਧ ना घट। मतलब मैं दुकानदारी करना वो मेरी किरत आ बाहरी तौर ते, ਉਹਦੇ ਵਿੱਚ मैं किसी भी तरह का वाधा घाटा नहीं करांगा। नानक दी माता भी सच्ची किरत करनी आ, वो सच्ची किरत आ। वो मैनू एक दवानी भावें एक आने बदले लड़ाई करनी पै जे, उत्थे कहंदा मैं अपने देन लैण च खरांगा। ते इत्थे गल आ गई धर्म दी, ते तू गुरु दा सिख बन के आया ना, ते गुरु दा सिख हाँ भी, ते गुरसिख दे उत्तों भावें मैं अपनी जान मंग लेना, जान बारने भी तैयार हाँ। हुण समझा दिता धर्म दी गल अंदर दी आ ते किरत दी गल शरीर दी आ। मैनू किरत करनी भी बाबे नानक ने सिखाई आ, ते मैनू धर्मी बनन दा उपदेश भी बाबे नानक ने दिता गा। मन सुख गुरु प्यारे दे चरनां विच डिग पिया, कहंदा मैनू समझ आ गई किवें अपनी किरत विच रहिंदिआं धर्म कमाउणा गा। मुड़ आया बाबे नानक कोले, कहंदा बाबा नानक मैनू पता लग गया मैं किता नहीं छड्डना अपना, मैं किरत नहीं छड्डनी, ते किरत करदा करदा ना उस अकाल पुरख वाहिगुरू दा सिमरन करया करांगा, धर्म कमावांगा। इस करके सिद्ध की होया भी जिन्हां ने मन दा सुख लेना ना, वो मन परदेसी आ। ये मन परदेश विच पहुंच गया साडा, परमात्मा नालों विछड़ के मन साडा आ संसार रूपी परदेश विच आया होयागा। पर इत्थे आके जे तां असीं भुल गए पिछे अपने मूल नूं, फिर तां साडा मन परदेसी धोखा खावेगा, दुखी होवेगा। जे मन परदेश विच आया ना, पिछे मूल नाल जुड़िया रहा, फिर कदे धोखा नहीं खावेगा। ਜਿਹੜਾ ਵਿਅਕਤੀ ਆਪਣੇ ਘਰ ਵਿੱਚੋਂ ਨਿਕਲ ਕੇ ਨਾ ਦੂਜੇ ਦੇਸ਼ ਵਿੱਚ ਚਲਾ ਜਾਵੇ ਕਿਰਤ ਕਰਨ ਦੇ ਲਈ, ਤੇ ਆਪਣੇ ਪਰਿਵਾਰ ਵਿੱਚ ਧਿਆਨ ਰੱਖੇ, ਤੇ ਉਹ ਕਦੇ ਦੁਖੀ ਨਹੀਂ ਹੁੰਦਾ, ਨਾ ਉਹਦਾ ਪਰਿਵਾਰ ਦੁਖੀ ਹੁੰਦਾ। ਤੇ ਕਮਜ਼ੋਰੀ ਕਿੱਥੇ ਆ? ਕਮਜ਼ੋਰੀ ਇੱਥੇ ਆ ਜਦੋਂ ਬੰਦਾ ਆਪਣੇ ਘਰ ਚੋਂ ਚਲਾ ਗਿਆ ਤੇ ਬਾਹਰ ਜਾ ਕੇ ਬਾਹਰ ਲੈਂਦੀ ਬਣ ਗਿਆ ਨਾ, ਤੇ ਉਦੋਂ ਜਾ ਕੇ ਦੁੱਖਾਂ ਦੀ ਜਿਹੜੀ ਕਹਾਣੀ ਆ ਸ਼ੁਰੂ ਹੋ ਜਾਂਦੀ ਆ। ਅੱਜ ਸਾਡੇ ਸਮਾਜ ਵਿੱਚ ਇੱਕ ਨਹੀਂ ਅਨੇਕਾਂ ਅਜਿਹੇ ਕੇਸ ਨੇ। ਫਿਰ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ, ਕਹਿੰਦਾ ਮੈਂ ਜਿਨ੍ਹਾਂ ਕੋਲੇ ਦੁੱਖਾਂ ਦੀ ਗੰਢੜੀ ਖੋਲਦਾ ਨਾ, ਉਹ ਤਾਂ ਅੱਗੇ ਦੁੱਖਾਂ ਦੇ ਭਰੇ ਪਏ ਨੇ ਭਾਈ। ਉਹ ਤਾਂ ਦੁੱਖਾਂ ਦੇ ਭਰੇ ਪਏ ਨੇ, ਉਹ ਤਾਂ ਸ਼ੰਕਿਆਂ ਦੇ ਭਰੇ ਪਏ ਨੇ। ਪਾਤਸ਼ਾਹ ਨੇ ਜ਼ਿਕਰ ਕੀ ਕੀਤਾ ਸੀ, ਕਹਿੰਦੇ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ, ਦੁਖੀ ਪਰ ਆਇਆ ਜਗਤ ਸਵਾਇਆ, ਕੌਣ ਜਾਣੈ ਬਿਦ ਮੇਰੀਆ। ਤੇ ਮੇਰੀ ਦੁੱਖਾਂ ਦੀ ਕਹਾਣੀ ਕੌਣ ਸੁਣੂਗਾ? कौन मेरे मन दे शंके पूरे करेगा, इन्हां नूं निवृत्त करेगा, शंकियां नूं मेरे तो पासे करेगा? वो कौन व्यक्ति है? एक नूं वेख्या, दो नूं वेख्या, तीन नूं वेख्या, नानक दुखिया सब संसार। इत्थे तां कोई भी सुखी नहीं है, अमीर ना गरीब। चलो गरीब नूं तां अपनी रोटी दा फिक्र आ, अमीर नूं किस गल दा फिक्र आ? दुखी अमीर भी बहुत आगा, ਉਹ शायद ਵੱਧ दुखी आ एक आम नालों खास कहाउण वाला। ਹੁਣ ਦੁੱਖਾਂ ਦਾ ਫਿਰ ਇੱਥੇ ਆਪਾਂ ਕਾਰਨ ਲੱਭਾਂਗੇ। ਪਹਿਲਾ ਕਾਰਨ ਆਪਾਂ ਆਪਣੇ ਮੂਲ ਨੂੰ ਟੁੱਟ ਗਏ, ਬੇਮੁਖ ਮੂਲੋਂ ਕੋਥਿਆਂ। ਦੁੱਖ ਸਹਿਜ ਮਾਣੈ, ਬੇਮੁਖ ਬਣ ਕੇ ਨਾ ਗੁਰੂ ਨਾਲੋਂ ਆਪਣੇ ਮੂਲ ਨੂੰ ਟੁੱਟ ਕੇ ਦੁੱਖਾਂ ਦੀ ਜਕੜ ਵਿੱਚ ਅਸੀਂ ਆ ਵੜੇ। ਤੇ ਜਦੋਂ ਆਪਣੇ ਮੂਲ ਨਾਲ ਜੁੜ ਕੇ ਫਿਰ ਤਾਤੀ ਬਹੁ ਨਾ ਲੱਗੀ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗੇ ਨਾ ਭਾਈ। ਫਿਰ ਤਾਂ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਫਿਰ ਤਾਂ ਮੇਰੇ ਸ਼ੰਕੇ ਨਿਵਰਤ ਹੋ ਗਏ ਨਾ, ਫਿਰ ਮੈਨੂੰ ਦੁੱਖਾਂ ਨੇ ਜਿਹੜੇ ਉਹ ਤੰਗ ਨਹੀਂ ਕਰਨਗੇ। ਫਿਰ ਵਾਹਿਗੁਰੂ ਦੀ ਕਿਰਪਾ ਸਦਕਾ ਮੈਂ ਭਾਵੇਂ ਸਰੀਰ ਕਰਕੇ ਦੁਖੀ ਹੋਵਾਂ, ਤੇ ਪਰ ਫਿਰ ਵੀ ਮਨ ਕਰਕੇ ਸੁਖੀ ਹੋਵਾਂਗਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸਰੀਰ ਕਰਕੇ ਭਾਵੇਂ ਸਰੀਰ ਢਲ ਗਿਆ, ਆਪਾਂ ਨੂੰ ਪਤਾ ਸਾਰੇ ਸਰੀਰ ਦੀ ਨਾ ਮਾਸ ਦੀ ਚਰਬੀ ਪਾਣੀ ਬਣ ਗਈ, ਢਲ ਗਈ ਨਾ, ਪਾਣੀ ਵਾਂਗੂ ਤੁਰਨਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਘਬਰਾਈ ਨਹੀਂ, ਡਰੇ ਨਹੀਂ, ਦੁੱਖ ਨਹੀਂ ਮੰਨਿਆ ਸਰੀਰ ਦੇ ਦੁੱਖ ਦਾ।
मन सौखा गा। मती दास सती दास दयाला जी वर्गिਆਂ ਨੂੰ ਤਸੀਹੇ ਦਿੱਤੇ ਗਏ ਨਾ, ਪੁੱਛਣਾ ਕੀਤਾ ਵੀ ਤੁਹਾਡੀ ਕੋਈ ਅੰਤਲੀ ख्वाहिश, शायद बोल पैणगे भी सानू मौत नहीं कबूल, सानू अपना जिंद जान कबूल है, बख्श देवो ते असीं जिवें तुसीं कहोगे ना उवें कर लवांगे। पर नहीं, उन्हां दी भावना मुताबक नहीं, गुरु दे सिख दी भावना इक्को ही आ, भावें जान भी चली जाए पर मैं अपना धर्म नहीं गवावांगा। शरीर करके भावें मेरे सिर तो लैके ना पैरां तक चीर तुसीं पा देवो, पर मैनू वो चीर दा दुख नहीं, पर मेरी सुरत विच चीर ना पवे, मेरी सुरत च दुफाड़ ना पवे। ते चेता रखियो, इत्थे मती दास सती दास भाई दयाला जी वर्गा ना सुरत करके वो लोक तोड़ नहीं सके, भावें रूह च लपेट के छाड़ दिता, अग ला दी, शरीर मच गया पर सुरत नहीं मची। शरीर करके दुख है पर सुरत करके दुख नहीं है। भावें आलू वांगू ना देगे च उबाल दिता, पर फिर भी प्यार वालिओ चेता रखियो भी साडा इतिहास सानू दसदा भी शरीर करके दुख है पर सुरत करके दुखी नहीं हन। इसे करके पातशाह जी कहते अज दा मनुख भाई मन करके बहुत दुखी आ, क्योंकि बंदे ने ना अपने गुरु ते शंके करने शुरू कर दिते। जिवें आपां पहिलां तां विचारां सुणदे हुंदे सी ना भी जी साडे समाज विच अंध विश्वासी लोक बहुत ने जिन्हां ने पूरी मनुखता नूं मनमत विच फसा दिता, कर्म कांडां विच फसा दिता। हुण नाल गल इक ऐड होर करनी पैंदी है, ओह किहड़ी भी अज दे समय विच ओह भी लोक ने जिहड़े भाव सानूं गुरु नालों तोड़ रहे ने। गुरु दे हर एक काम ते, गुरु दे हर एक कर्म ते शंके दी निगाह नाल तकदे ने। शंके दी निगाह नाल तकदे हैं ना। बाबा दीप सिंह शहीद होया, उन्होंने किवें अपनी तली ते सीस रखिया, इह शंका। नीहां विच साडे बड़े भरा शहीदियां पा गए, किवें नीहां विच शहीद हो गए। माता गुजर कौर ठंडे बुरज विच रहे ने, किवें रहे, क्यों ते किवें, मतलब मनुख ने अज दे समय विच आउण वाली पीढ़ी नूं शंकियां दे आधार ते फसा दिता है। एक तां ओह बंदा ना जिहड़ा मनमत विच फसाउंदा, अज दे अखौती प्रचारक, माफ करना उह नाल गल ऐड करनी पैंदी आ, उन्हां ने साडे दिमाग विच ना शंकियां दा बीज बीज दिता। ते गुरु किरपा करे आपां गुरु ते शंका ना करिए। सानू तां ना गुरु गोबिंद सिंह महाराज जी ने जिस केसगढ़ साहिब दी धरती ते, अकाल तख्त साहिब दी धरती ते ना आनंदपुर साहिब विखे अमृत दी गुड़ती देखी नवां जीवन बख्शिया, खंडे की पहल दिती है ना, ते ओह तंबू नूं थल्लों चुक चुक के निगाह मरवाउणी शुरू करती। अंदर गुरु ने की कीता सानू आ समझा दिता। ते कहंदे की ने, कहंदे जी असीं तां सच बोलदे, पर माफ करना सच नहीं, उन्हां ने साडे अंदर ना शंकियां दा बीज बीज दिता। ते ताईयों असीं दुखी, पहलां अनमत विच फस के दुखी सी, हुण असीं शंकियां विच फस के दुखी आ। पर गुरु बख्शिश करे असीं शंकियां तो निवृत्त किवें हो सकदे आ। गुरु नानक पातशाह दे दर ते रहन वाला गुरु दा सिख शंके तो मुक्त किवें हो सकदा। एक बार ना दशमेश पिता जी दी पावन हजूरी विच एक सन्यासी आया, वो बाहरों ना ख्याल बनाउंदा हुंदा सी, जिन्हों मिलन मैं चलिया, क्योंकि दशमेश पिता दे जीवन च एक नहीं अजिहियां अनेकां घटनावां ने, एक नहीं बहुत ज्यादा अजिहियां घटनावां ने। हुण जदों वो सन्यासी गुरु कोले जा रहा ना आनंदपुर साहिब दी धरती ते, मने अंदर सोचदा जा रहा भी गुरु भी मेरे वर्गा सन्यासी भी होवेगा, कोई बहुता फर्क नहीं होना, वो भी त्यागी होवेगा, कोई बहुता फर्क नहीं होना, जिहो जा मेरा सुभाअ ना इहो जा गुरु दा होवेगा, इदां सोचदा जांदा ना। ते जदों सन्मुख आके गुरु साहब नूं दूरों तक्किया ते गुरदेव पातशाह जी एक हीरे जड़े सिंघासन ते त्यार बरत्यार खुद संपूर्ण बाणे विच कलंगी तोड़ा सब जड़िया होयागा, बैठे ने संगतां दे विचकार।
क्योंकि मेरा पातशाह वो आ ना बादशाह दरवेश गुरु गोबिंद सिंह नंद लाल दी कलम लिखदी है ना, मेरा गुरु बादशाह भी है। ये ओ बादशाह जिहदे वर्गा होर कोई नहीं है। ते ये मेरा गुरु गरीब नवाज भी है। ते आपां सारी कहने ना, हे सच्चे पातशाह, लफज की वरत है सच्चे पातशाह दा। मेरा गुरु बादशाह भी है, मेरा गुरु गरीब नवाज भी है, मेरा गुरु सच्चे पातशाह भी है। जेड़े रूप विच इहनूं तकांगे उसे रूप च दिखूगा ये। मेरा गुरु खेती भी करदा, हल भी वाहुंदा ना। मेरा गुरु वो आ जिहड़ा दुकानदारी भी करदा। मेरा गुरु वो आ भाई जिहड़ा सख्त मेहनत करदा गा, मेहनत नालों तोड़दा नहीं, काम वाले नूं प्यार करदा, किरत वाले नूं प्यार करदा गा। मेरा गुरु आ जिहड़ा मੱਝਾਂ भी चारदा गा। ते मੱਝਾਂ चारना नौकरां दा काम ना, आपां मंनदे आंगे, पर वाहिगुरू भला करे ये मेरे गुरु दे कौतक नेगे। पर जिस अख नाल आपां जिस भावना तकांगे, गुरु उसे भावना दे मुताबक सानू जरूर बख्शिश करेगा, दर्शन देवेगा। पर सानू समझ आ जावे, शंका ना कोई रहे मन दे विच, दिमाग दे विच। ओ सन्यासी दे अंदर एक शंका भी मेरे वर्गा ही होवेगा जां मेरे गुरु वर्गा होवेगा जिथों मैं आया। पर इदां दा ख्याल बनिया जो देखिया ना, हीरे जड़ी मेरे मालक दी कुर्सी है, तख्त है, खुद पातशाह दे कलंगी जड़ी हुई आ, पूरे बाणे दे विच पातशाह जी सजे हुए नेगे। मन दे विच शंका की आया, गया देखिया वापस मुड़ पिया। मेरे मन दे विच कुछ होर ख्याल सी ते इत्थे तां कुछ होर ही निकलिया। ये गरीब नवाज थोड़ा, ये गुरु थोड़ा, ये कोई रब दा प्यारा थोड़ा, ये कौन आ? ये तां कोई ना बादशाह गा। बादशाह वर्गी ठाठ बाठ आ गई। मुड़ पिया इन्ना सोच के, शंका करके। जदों मुड़ पिया ना, दशमेश पिता ने अपने सिख सरदालू नूं कोल बैठे नूं दिता सुनेहा भी जाओ उहनूं वापस मोड़ लियावो ते उहनूं कहो भी तुसीं अपने मन दे जो ख्याल ने उन्हां ख्यालां मुताबक ना देखो। जे तुसीं गुरु नूं मिलना हो ना तां कोल आके मिलो, बैठो, गलबात करो, फिर तुहानूं पता लगेगा। जदों पातशाह ने सुनेहा दिता, रब दे प्यारे जाके गुरसिख मोड़ लिआए भी आओ भाई गुरु नाल मुलाकात तां करो ना, जो तुसीं गलबात भावना लेके आए हो वो भावना मुताबक गुरु कोल आके बैठो, बैठिया तो पता लगू ना। जदों इदां दी बेनती कीती ते ओह वापस परत आया ते गुरदेव पातशाह ने आउंदे की कहा नमस्कार करन तो पहला, क्योंकि जदों मन च शंका हो जाए ना फिर तां नमस्कार करनी भी दुभर लगदी आ। जदों शंका हो जाए ते बहुते साडे समाज विच आपां गल कीती आ, ਉਹ ਵਿਅਕਤੀ ने जिन्हां दे पंज ककारी बाणे भी पाए, दमाले केसकियां भी सजाए ने, पर मत्था टेकण तो उन्हां ने इनकार कर दिता। कहंदे लोड़ ही नहीं, मत्था टेकण दा की फायदा, कहंदे उन्होंने मना कर दिता, कहंदे रहण दो बस। इस करके गुरदेव पातशाह जी कहंदे नहीं भाई तू अपनी जो गलबात लैके आया गल इत्थे रख, आके पुछ, कुछ ना कुछ सुना ते कुछ ना कुछ सुन। मुलाकात करना है ना, आ बैठ, कोई गल नहीं, तेनू स्पैशल टाइम देवांगे आपां। जदों वापस मुड़ाया ना, आउंदे ही गुरु साहब ने नमस्कार करन तो पहला कह दिता, कहंदा सन्यासी जी जो तुहाडे कोले बोझ आ ना, बोझ ते बोझ अपना तुसीं बाहर रखियो, किते किते कोने ते रखियो, दूर। हुण चलो सन्यासी ने सोचिया भी जो मेरे हाथ में चिप्पी फड़ी आ, डंडा फड़िया गा, मेरे कोले कुछ होर लीड़ा कपड़ा जरूरी लोड़ां ने मेरियां, उन्हां नूं सन्यासी गया ते बाहर धर के मुड़ाया। गुरु साहब ने आउंदे ही फिर कह दिता, कहंदे जे तुहाडे कोले होर भी कोई वजन है ना ते ओह भी बाहर धरियो, ਉਹ भी बाहर धरिया। हुण सन्यासी कहंदा मेरे कोले आसे पासे निगाह मारी, कहंदा नहीं मेरे कोले कुछ नहीं जी। गुरु पातशाह कहंदे देखो सानू नजर आ रहा तुहाडे कोले अजे भी वजन बाहला ज्यादा हैगा ते वजन तुसीं बोझ आ ना बाहर लाहिओ, जिथे तुसीं चप्पलां ला के आए ना, अपनी खड़ामा ला के आए हो उत्थे रखिओ ला के, जिथे तुसीं झोला रखे हो ना उत्थे रखिओ अपना बोझ ला के। हुण सन्यासी हैरान आ,
भी मैं तो बिल्कुल कल्ला ना, पर सोच रहा की है मेरे आसे पासे कुछ लमकदा होवे, लीड़ा कपड़ा कोई होर डोलू डप्पा कोई किसी तरह का होवे। निगाह मारी, कहंदा नहीं जी हुण तक केवल मैं ही मैं हाँ, होर नहीं कुछ है। गुरु साहब मुस्कुरा पे कहंदे तू अजे भी बहुत गंदी चीज नाल चक्की फिरदा। सन्यासी ने हथ बन के पुछया, कहंदा मैनू तुहाडीआं रमजां दा नहीं पता लग्या, तुसी कहना की चाहुंदे हो? तुसी वार वार गल कह रहे हो भी तुसी कुछ नाल लेके आए हो तां ओनू बाहर रखियो। मेरे कोले जो समान सी मैं रख आया, हुण मेरे कोले कुछ नहीं, केवल मैं ही मैं हाँ। दशमेश पिता फिर मुस्कुरा के कहन लगे ना, जेड़ी मैं तू नाल चक्की फिरदा ना, असल यही मैं बाले वड्डे बोझ वाली आ। ते मैं दे विचों शंका पैदा हुंदा। शंका की सी भी गुरु नूं मैं देखना सी अपने वर्गा त्यागी सन्यासी साधड़ा जा, इह जिहा देखना सी ना, बिंगे बोले जे कपड़े लीड़े इदां दा टेढ़ा बिंगा जा उहदा जीवन वेखना सी। पर गुरु तां शाही तख्त ते बैठा, दुमाला सजे हुए वस्त्रां दे विच गुरु पातशाह त्यार बर त्यार ने, कलंगी तोड़ा लग्या होयागा। ये कोई आम नहीं, कोई तां बादशाह खास है। जदों ये भावना लेके पहुंचिया ना, हुण गुरु साहब जी कहंदे इन्ना बोझ चक्की फिरदे हो, जिहड़ी तुहाडे अंदर मैं आ ना, ये मैं ही तुहानूं साडे नेड़े नहीं होण दिंदीगी। बस इन्नी गल कहण ते सन्यासी ने गुरु साहब दे चरण पकड़ ले ते की कहण लगे ने, कहंदे पातशाह बख्श लवो। ते फिर दशमेश पिता दा वचन भी है ना, रे मन ऐसो कर सन्यासा। फिर उसे सन्यासी नूं उपदेश की दिता, ऐ सन्यासी शरीर करके सन्यासी नहीं, अपने मन करके सन्यासी हो। ते जिहड़ी आपां पहिलां गल सुनी सी ना, मन सुख नूं बाबे नानक ने की कहा, काम नहीं छड्डना, काम करदिआं होइआं धर्मी बनना। फिर भेजिआ किहदे कोले? एक दुकानदार कोले, जिहड़ा एक दवानी खातर एक माई नाल लड़ रिहा, ते ओही दुकानदार गुरु दे सिख दी सेवा कर लई घिओ दे घड़े हाਜ਼र करदागा। फिर उत्थे शंका की निकल गया, एक बन्ने तू दवानी करके लड़दा ते दूजे बन्ने तू घिओ दे घड़े डोलण लई तैयार आंगा। शंका निकल गया ना। फिर ओ दुकानदार ने की समझाया भी जेड़े गुरु ने तेनू मेरे कोले भेजिया ना, ते उसे गुरु ने सिखाया किरत करदिआं होइआं पंजी छड्डनी नहीं ते पंजी वध नहीं लैणीगी। ओ तेरे सरीरक तल ते किरत जुड़ी हुई आ, ते जदों मन दे तल ते गल आवेगी ना, अंदर दे तल ते गल आवेगी, उदों भावें गुरु दे प्यार विच तैनू अपनी जान भी क्यों ना वारनी पै जावे, उदों जान भी थोड़ी है। कोई जान हर सुन देवै जोर, चरण गहूं वकूं सुभ रसना दीजै प्राण, उत्थे भावें प्राण भी हाਜ਼र करने पैण। घिओ तां बिल्कुल छोटी जी चीज है। इवें जिवें इत्थे सन्यासी दे दिमाग विचों शंका निकल गया, ते ओ शंका ही अज साडे दुखां दा कारण आ। साडी गल आ गई इत्थे, सन्यासी दी गल नहीं, गल साडी आ। क्योंकि बचन आपां की पढ़िआ सी, पातशाह जी कहंदे ना, किस पै खोलूं गंठड़ी, मैं जिहदे कोले भी अपनी गंढ दुखां दी खोलदा ना, ओ चंद्रा दुखां दा भरिआ पिआ, अगों दो चार पंडा मेरे मूहरे रख दिंदा, कहंदा मैनू अपनी एक पंड ना खोल के विखा, मेरे कोले अनेक ही दुखां दीआं पंडां ने। किस पै खोलूं गंठड़ी, दुखी पर आया, दुखी पर आया जगत सवाया। फिर अगे पाछे जिक्र करदे ने, कौन जाणे विद मेरी, ये दुखां वाली गल सुणदे लई किहदे कोले तरीका जिहड़ा मेरी ये दुखां दी गल सुण लवे। फिर वो दुखियां दे दुख वंडाउण वाला तां केवल गुरु नानक साहिब है, जिन्हें भाई दुख लोकां दे सुने। ते जिन्ने आपां ना केवल इत्थों दी गल नहीं, आपां दरबार साहिब दे विच अपना ध्यान लै जो एक दो मिनटां वास्ते, जिन्ने भी लोग पहुंचदे ने कोई इदां दा नहीं गुरु रामदास महाराज दी शरण विच पहुंचदा होवेगा, बिरला कोई रब दा रूप होवेगा जिहड़ा कहंदा होवे सच्चे पातशाह मैं बहुत सुखी हां। कोई बिरला होगा, ते नहीं हरेक ही कहंदा जाके भी सच्चे पातशाह मैं बहुत दुखी हां, बड़ा ही दुखी हाँ। भावें उत्थे टाटा बिरला है, भावें मुकेश अंबानी, भावें मंत्री ते भावें प्रधानमंत्री कोई आया, हरेक ही कहंदा मैं बहुत दुखी हाँ, मैनू दुखां दा हल दस। वाहिगुरू भला करे, हर कोई दुख सुनाउण वाला आउंदा, पर सुख दस्सण वाला एक भी नहीं आउंदा। ते किसे नूं मर्जी पुछ लो, एक वारी तां कहूगा ना किवें आ भाई, कहंदा चढ़दी कला। एक मिनट बैठो कोले, एक मिनट तो बाद चढ़दी कला गवाच जांदी आ ते दुखां दीआं पंडां शुरू हो जांदियां ने। इसे करके गुरु साहब ने कहा भाई पूरे दा पूरा जगत है जिहड़ा ये दुखां दीआं गंढां चक्की फिरदा, पंडां चक्की फिरदा, वो दुखां दा कारण आपां दो कारण दो पंक्तियां विचों लभे ने। पहला कारण मन परदेसी,
ਸਾਡਾ ਮਨ ਆ ਜਿਹੜਾ ਇਹ ਗੁਰੂ ਪਰਮਾਤਮਾ ਨੂੰ ਟੁੱਟ ਗਿਆ, ਆਪਣੇ ਮੂਲ ਨਾਲੋਂ ਟੁੱਟ ਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ। ਰੰਗ ਮਾਣ ਤੋਂ ਭਾਵ ਆਨੰਦ, ਭਾਵ ਸੁਖ ਸ਼ਾਂਤੀ ਸਦਾ ਹੀ ਰਹੇਗੀ ਨਾ, ਪਰ ਮੂਲ ਆਪਣੇ ਨਾਲੋਂ ਟੁੱਟ ਕੇ ਮਨ ਸਾਡਾ ਦੁੱਖਾਂ ਦੇ ਵਿੱਚ ਫਸ ਗਿਆ। ਅਸੀਂ ਸਾਰੇ ਦੁਖੀ ਹੋ ਗਏ ਆਪਣੇ ਮੂਲ ਨਾਲੋਂ ਟੁੱਟ ਕੇ। ਦੂਜਾ ਕਾਰਨ ਸੀ ਸਾਡੇ ਦਿਮਾਗ 'ਚ ਸ਼ੰਕੇ ਨੇ। ਹਰ ਇੱਕ ਗੱਲ ਤੇ ਮਨੁੱਖ ਅੱਜ ਸ਼ੰਕਿਆਂ ਦਾ ਧਾਰਨੀ ਬਣ ਗਿਆ, ਪਰ ਗੁਰੂ ਕੋਲੇ ਆਉਣ ਤੋਂ ਪਹਿਲਾਂ ਸੰਨਿਆਸੀ ਵਾਂਗੂ ਨਾ ਸ਼ੰਕੇ ਆਪਣੇ ਮਨ ਦੇ ਵਿੱਚੋਂ ਕੱਢ ਕੇ ਆਈਏ, ਫਿਰ ਅਸੀਂ ਸੁਖੀ ਹੋ ਸਕਦੇ ਹਾਂ। ਫਿਰ ਅਗਲੇ ਬੰਦ ਵਿੱਚ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਆਵਣੇ ਜਾਵਣੇ ਖਰੇ ਡਰਾਵਣੇ, ਟੋਟ ਨਾ ਆਵੇ ਫੇਰੀਆ। ਫਿਰ ਇਸ ਜਗਤ ਵਿੱਚ ਆਉਣ ਵਾਲੇ ਬੜੇ ਨੇ, ਜਾਵਣ ਵਾਲੇ ਬੜੇ ਨੇ। ਆਵਣੇ ਜਾਵਣੇ ਭਾਵ ਇੱਥੇ ਸੁਰਤ ਕਰਕੇ ਜੰਮਣ ਵਾਲੇ ਬਹੁਤ ਨੇ ਤੇ ਸੁਰਤ ਕਰਕੇ ਮਰਨ ਵਾਲੇ ਬਹੁਤ ਨੇ। ਟੋਟ ਨਾ ਆਵੇ ਫੇਰੀਆ, ਇਹ ਘੁੰਮਣ ਘੇਰੀ ਦੀ ਭਾਵ ਟੋਟ ਨਹੀਂ ਹੈ, ਬਹੁਤ ਜ਼ਿਆਦਾ ਹੈ। ਕੋਈ ਇਸ ਘੁੰਮਣ ਘੇਰੀ ਵਿੱਚੋਂ ਨਿਕਲ ਆਉਂਦਾਗਾ। ਫਿਰ ਪਾਤਸ਼ਾਹੀ ਲਾਸਟ ਵਿੱਚ ਕਹਿੰਦੇ ਨੇ, ਨਾਮ ਵਿਹੂਣੇ ਊਣੇ ਝੂਣੇ, ਖਾਲੀ ਨਾਮ ਤੋਂ ਹੀਣੇ ਊਣੇ ਝੂਣੇ। ਫਿਰ ਪਾਸ਼ਾ ਕੇ ਨਾ ਗੁਰ ਸ਼ਬਦ ਸੁਣਾਇਆ, ਨਾ ਗੁਰੂ ਦਾ ਸ਼ਬਦ ਕਦੇ ਸੁਣਿਆ ਤੇ ਨਾ ਸੁਣਾਇਆ। ਤੇ ਜਿਹੜੀ ਆਪਣੀਆਂ ਦੋ ਪਹਿਲੀ ਸਾਖੀਆਂ ਦੇ ਵਿੱਚੋਂ ਸਿੱਖਿਆ ਕੀ ਲੈਤੀ ਆ ਵੀ ਗੁਰੂ ਦੀ ਗੱਲ ਸੁਣਨ ਵਿੱਚ ਹੀ ਸੁੱਖ ਆਗਾ। ਤੇ ਮਨ ਸੁੱਖ ਨੇ ਗੁਰੂ ਅੱਗੇ ਬੇਨਤੀ ਕੀਤੀ ਹੈ ਨਾ, ਤੇ ਗੁਰੂ ਨੇ ਸ਼ਬਦ ਹੀ ਦਿੱਤਾਗਾ ਵੀ ਜਾ ਫਲਾਣੇ ਕੋਲੇ ਵਗ ਜਾ, ਉੱਥੇ ਜਾ ਕੇ ਤੇਰਾ ਸ਼ੰਕਾ ਨਿਵਰਤ ਹੋ ਜਾਊਗਾ। ਹੁਣ ਨਾਲ ਗੁਰੂ ਸਾਹਿਬ ਨੇ ਵੀ ਕਹਿਤਾ ਵੀ ਤੇਰੀ ਮਾਂ ਨੇ ਨਾ ਕੀ ਰੱਖਿਆਗਾ, ਮਨ ਸੁੱਖ ਹੈ ਅਮੀਰ, ਪਰ ਮਨ ਦਾ ਸੁੱਖ ਨਹੀਂ ਹੈ। ਮਨ ਦਾ ਸੁੱਖ ਨਹੀਂ ਨਾ, ਮਨ ਸੁੱਖ ਨਾਮ ਜ਼ਰੂਰ ਹੈ, ਪਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਨਾਮ ਹੀ ਨਹੀਂ ਸਾਡੇ ਕੋਲੇ, ਭਾਵ ਗਿਆਨ ਨਹੀਂ ਹੈ ਸਾਡੇ ਕੋਲੇ, ਗੁਰੂ ਦੀ ਮੱਤ ਨਹੀਂ ਹੈ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸੇਵਾ ਸਿਮਰਨ ਦੀ ਦਾਤ ਨਹੀਂ ਹੈ, ਫਿਰ ਪਾਤਸ਼ਾਹ ਕਹਿੰਦੇ ਦੁੱਖ ਹੀ ਦੁੱਖ ਨੇ ਭਾਈ। ਇਸ ਸੰਸਾਰ ਦੇ ਵਿੱਚ ਗੁਰੂ ਨਾਲੋਂ ਟੁੱਟ ਕੇ ਸਭ ਦੁਖੀ ਨੇਗੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਸ਼ਬਦ ਸੁਣਾਇਆ ਮਨ ਪਰਦੇਸੀ, ਜੇਥੀਏ ਸਭ ਦੇਸ ਪਰਾਇਆ। ਲਾਸਟ ਵਿੱਚ ਫਿਰ ਪਾਤਸ਼ਾਹ ਜੀ ਕਹਿੰਦੇ ਮਨ ਸਾਡਾ ਪਰਦੇਸੀ ਬਣ ਗਿਆ, ਗੁਰੂ ਨਾਲੋਂ ਟੁੱਟ ਗਿਆ, ਉਸ ਪਰਮੇਸ਼ਰ ਨਾਲੋਂ ਪਾਸੇ ਹੋ ਗਿਆ। ਇਸ ਕਰਕੇ ਮਨ ਨੂੰ ਪਰਦੇਸੀ ਬਣਾਉਣ ਦੀ ਬਜਾਏ ਮਨ ਗੁਰੂ ਨੂੰ ਦੇ ਦਈਏ, ਆਪਾਂ ਮੂਲ ਨੂੰ ਸਮਾ ਦਈਏ, ਫਿਰ ਤਾਂ ਸਾਡੀ ਜ਼ਿੰਦਗੀ ਵਿੱਚ ਸੌਖਾਪਣ ਆ ਸਕਦਾ। ਇੱਥੋਂ ਤੱਕ ਇੱਕ ਪਦੇ ਦੀ ਜਿਹੜੀ ਵਿਚਾਰ ਆ ਉਹ ਸਮਾਪਤ ਆ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ